ਸਤਿਗੁਰਾਂ ਜੀ ਦੀ ਕਿਰਪਾ ਸਦਕਾ ਪਿਛਲਾ ਅੱਸੂ ਦਾ ਮਹੀਨਾ ਸੁੱਖ ਦੇ ਨਾਲ ਬਤੀਤ ਹੋਇਆ ਹੈ। ਕੱਤਕ ਦੇ ਮਹੀਨੇ ਦੀ ਆਰੰਭਤਾ ਹੋ ਰਹੀ। ਆਓ ਗੁਰੂ ਦੇ ਪਾਸੋਂ ਇਹ ਮਹੀਨੇ ਨੂੰ ਬਤੀਤ ਕਰਨਾ ਕਿਸ ਤਰੀਕੇ ਨਾਲ ਹੈ ਉਹ ਸਮਝੀਏ। ਇਹ ਮਹੀਨੇ ਦੇ ਬਾਬਤ ਮਹਾਰਾਜ ਕੀ ਕੁਝ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ। ਬਿਰਤੀਆਂ ਇਕਾਗਰ ਕਰਕੇ ਵਿਚਾਰ ਅੰਦਰ ਆਪਾਂ ਜੁੜ ਬੈਠਣਾ ਹੈ। ਇਹ ਪਾਵਨ 12 ਮਾਹ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ, ਜੋ ਆਪ ਜੀ ਨੇ ਹੁਣੇ ਹੀ ਸੰਪੂਰਨ ਇਹਦਾ ਜਾਪ ਸਰਵਣ ਕੀਤਾ ਹੈ। ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਾਹਾਂ ਉਚਾਰਨ ਕੀਤਾ। ਕੁਝ ਉਹ ਸ਼ਬਦਾਂ ਕਰਕੇ ਵੀ ਪੜ੍ਹਨਾ ਸੰਗਤ ਜੀ ਮਹਿੰਗਾ ਹੈ, ਅਰਥਾਂ ਕਰਕੇ ਵੀ ਕੁਝ ਅਣਜਾਣ ਬੰਦਾ ਉਹਨੂੰ ਸਮਝ ਨਹੀਂ ਸਕਦਾ। ਅਤੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜੀਵਾਂ ਦੀ ਕਲਿਆਣ ਕਰਿਆ ਕਰਦੇ, ਉੱਥੇ ਇੱਕ ਸੰਗਤ ਜੀ ਬ੍ਰਾਹਮਣ ਮਹੀਨਾਵਾਰ ਸੰਗਤਾਂ ਨੂੰ ਆਣ ਕੇ ਕੁਝ ਕਥਾ ਸੁਣਾਇਆ ਕਰਦਾ ਸੀ। ਮਹਾਰਾਜ ਜੀ ਦੇ ਉਪਦੇਸ਼ ਦੇ ਨਾਲ ਹੀ ਉਹ ਸੰਗਤ ਨੂੰ ਕਥਾ ਉਹਨੇ ਆਰੰਭ ਕੀਤੀ ਸੀ ਸੁਣਾਉਣੀ। ਇੱਕ ਦਿਨ ਐਸਾ ਆਇਆ ਸੰਗਰਾਂਦ ਦਾ ਦਿਹਾੜਾ ਕਿ ਉਹ ਬ੍ਰਾਹਮਣ ਕਥਾ ਵਿਚਾਰ ਸੁਣਾਉਣ ਵਾਸਤੇ ਆਇਆ ਨਾ। ਜਿੱਥੇ ਭਾਈ ਸਾਲੋ ਦਾ ਸੰਗਤ ਜੀ ਟੋਭਾ ਹੈ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਈਏ ਉੱਥੇ ਲਾਗੇ ਉਹ ਰਿਹਾ ਕਰਦਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ ਸਥਾਨ ਵੀ ਉੱਥੇ ਲਾਗੇ ਹੀ ਹੈ। ਅਤੇ ਜਦੋਂ ਫਿਰ ਸੰਗਰਾਂਦ ਦਾ ਦਿਹਾੜਾ ਆਇਆ, ਇਹ ਬ੍ਰਾਹਮਣ ਇੱਧਰ ਕਥਾ ਵਾਸਤੇ ਨਾ ਬੌੜਿਆ। ਸੁਨੇਹੇ ਭੇਜੇ ਬਾਬਾ ਬੁੱਢਾ ਸਾਹਿਬ ਜੀ ਨੇ, ਅਤੇ ਅੱਗੋਂ ਕੁਝ ਈਰਖਾ ਭਰੀਆਂ ਗੱਲਾਂ ਕਹੀਆਂ ਕਿ ਤੁਸੀਂ ਮੱਥਾ ਤੇ ਗੁਰੂ ਅਰਜਨ ਦੇਵ ਜੀ ਨੂੰ ਟੇਕਦੇ ਹੋ ਅਤੇ ਮਹੀਨਾ ਤੁਹਾਨੂੰ ਮੈਂ ਸੁਣਾਵਾਂ। ਜਾਓ, ਮੈਂ ਨਹੀਂ ਸੁਣਾਵਾਂਗਾ ਤੁਹਾਨੂੰ ਮਹੀਨਾ। ਜੇ ਤੁਸੀਂ ਮੇਰੇ ਪਾਸੋਂ ਨਾ ਸੁਣਿਆ ਅਤੇ ਤੁਹਾਡਾ ਸਾਰਾ ਮਹੀਨਾ ਇਹ ਸੁੱਖ ਦੇ ਨਾਲ ਨਹੀਂ ਬਤੀਤ ਹੋਣਾ। ਕੁਝ ਹੋਰ ਵੀ ਸੰਗਤ ਜੀ ਮੰਦੇ ਸ਼ਬਦ ਬੋਲੇ। ਸਿੱਖਾਂ ਨੇ ਆਣ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਪਾਸ ਬੇਨਤੀ ਕੀਤੀ ਕਿ ਮਹਾਂਪੁਰਖੋ, ਆਹ ਕੁਝ ਉਹ ਬ੍ਰਾਹਮਣ ਦੇ ਮੂੰਹ ਦੀਆਂ ਗੱਲਾਂ ਤੁਹਾਨੂੰ ਦੱਸੀਆਂ ਅਸਾਂ। ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਪਾਸ ਬੇਨਤੀ ਕਰ ਦਿੱਤੀ। ਆਖਣ ਲੱਗੇ, ਮਹਾਰਾਜ, ਜਿਹੜਾ ਬ੍ਰਾਹਮਣ ਹਰ ਰੋਜ਼ ਹਰ ਵਾਰ ਇਹ ਸੰਗਰਾਂਦ ਦੇ ਸੰਗਤਾਂ ਨੂੰ ਕਿਰਤਾਰਥ ਕਰਿਆ ਕਰਦਾ ਸੀ ਕਥਾ ਸੁਣਾ ਕੇ, ਅੱਜ ਮਹਾਰਾਜ ਉਹ ਕੁਝ ਅੜੀ ਕਰ ਗਿਆ ਹੈ। ਕੁਝ ਐਸੀਆਂ ਗੱਲਾਂ ਕਹਿੰਦਾ ਹੈ ਜਿਹੜੇ ਸ਼ਬਦ ਮੈਂ ਵਰਤ ਨਹੀਂ ਸਕਦਾ, ਅਤੇ ਤੁਸੀਂ ਐਸੀ ਕਿਰਪਾ ਕਰੋ, ਐਸੀ ਕੁਝ ਸੁਖੱਲੀ ਬਾਣੀ ਉਚਾਰਨ ਕਰ ਦਿਓ ਜਿਹਦੇ ਕਰਕੇ ਸਾਨੂੰ ਅਰਥ ਵੀ ਛੇਤੀ ਸਮਝਾ ਜਾਇਆ ਕਰਨ। ਕਿਉਂਕਿ ਇਹ ਵੀ ਬਚਨ ਕਹੇ ਸੀ ਮਹਾਰਾਜ ਜੀ ਨੇ ਕਿ ਗੁਰੂ ਨਾਨਕ ਦੇਵ ਸਤਿਗੁਰਾਂ ਜੀ ਨੇ 12 ਮਾਹਾਂ ਦੀ ਬਾਣੀ ਤੁਖਾਰੀ ਰਾਗ ਦੇ ਅੰਦਰ ਪਹਿਲਾਂ ਹੀ ਉਚਾਰਨ ਕੀਤੀ ਹੈ। ਫਿਰ ਚਲੋ ਬੇਨਤੀ ਕਰਕੇ ਸੰਗਤ ਜੀ ਇਹ ਕਹਿ ਲਓ, ਉਹ ਤੁਖਾਰੀ ਰਾਗ ਦੇ ਵਿੱਚ ਜਿਹੜਾ 12 ਮਾਹ ਹੈ ਉਹਦਾ ਟੀਕਾ ਸਮਝ ਲਓ। ਭਾਵ ਕਿ ਸੌਖੇ ਰੂਪ ਅੰਦਰ ਮਹਾਰਾਜ ਜੀ ਨੇ ਇਹ 12 ਮਹੀਨਿਆਂ ਦੇ ਬਾਬਤ ਸ਼ਬਦ ਨੂੰ ਉਚਾਰਨ ਕਰਕੇ ਅਤੇ ਇੱਥੇ ਗੁੰਥਨ ਕੀਤਾ ਹੈ ਮਾਝ ਰਾਗ ਦੇ ਅੰਦਰ। ਫਿਰ ਉਸ ਸਮੇਂ ਇਹ ਵੀ ਬਚਨ ਕਹੇ ਕਿ ਆਉਣ ਵਾਲੇ ਸਮੇਂ ਅੰਦਰ ਸਾਡੇ ਸਿੱਖ ਆਪੇ ਇਹਦੀ ਵਿਚਾਰ ਕਰ ਲਿਆ ਕਰਨਗੇ। ਇਹਦੀ ਵਿਚਾਰ ਕਥਾ ਰੂਪ ਦੇ ਅੰਦਰ ਹੋਇਆ ਕਰੇਗੀ, ਗੁਰਬਾਣੀ ਦਾ ਜਾਪ ਕਰਿਆ ਕਰਨਗੇ ਸਾਡੇ ਸਿੱਖ। ਉਸੇ ਹੀ ਨਿਯਮ ਨੂੰ ਸੰਗਤ ਜੀ ਆਪਾਂ ਧਾਰਨ ਕਰਕੇ ਇੱਥੇ ਇਕੱਤਰ ਹੋਏ ਆ। ਆਓ ਹੁਣ ਕੱਤਕ ਦੇ ਮਹੀਨੇ ਦੇ ਬਾਬਤ ਜੋ 12 ਮਾਹਾਂ ਦੀ ਬਾਣੀ ਅੰਦਰ ਸ਼ਬਦ ਮਹਾਰਾਜ ਜੀ ਨੇ ਗੁੰਥਨ ਕੀਤੇ ਨੇ, ਉਹ ਸ਼ਬਦਾਂ ਨੂੰ ਸਮਝਣ ਦਾ ਯਤਨ ਕਰੀਏ।
ਬਿਰਤੀਆਂ ਇਕਾਗਰ ਕਰੋ। ਸਤਿਗੁਰਾਂ ਜੀ ਨੂੰ ਸੀਸ ਝੁਕਾਓ, ਅਦਬ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਇਹ ਕਤਕ ਦੇ ਮਹੀਨੇ ਦੇ ਬਾਬਤ ਬਚਨ ਉਚਾਰਨ ਕਰਦੇ ਨੇ। ਕਹਿ ਲਓ ਸੰਗਤ ਜੀ, ਜੀਵ ਸੰਸਾਰ ਦੇ ਅੰਦਰ ਆਣ ਕੇ ਚੰਗੇ ਮਾੜੇ ਕਰਮ ਕਰਦਾ ਹੈ ਤੇ ਬਾਅਦ ਦੇ ਵਿੱਚ ਆਖਦਾ ਹੈ ਕਿ ਫਲਾਣੇ ਬੰਦੇ ਨੇ ਮੇਰੇ ਪਾਸੋਂ ਕਰਵਾ ਲਏ ਨੇ। ਇਹ ਵੀ ਨਾਲ ਹੀ ਹੱਕਦਾਰ ਹੈ। ਪਰ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਇਹ ਕੱਤੇ ਦਾ ਮਹੀਨਾ ਕਿਸ ਤਰੀਕੇ ਨਾਲ ਤੁਸੀਂ ਬਤੀਤ ਕਰਨਾ ਹੈ। ਇਹ ਮਾੜੇ ਕਰਮਾਂ ਦੇ ਵਿੱਚ ਪਰਚਦਿਆਂ ਹੋਇਆਂ ਨਹੀਂ ਬਤੀਤ ਕਰ ਦੇਣਾ, ਕਿਉਂਕਿ ਜੈਸੇ ਕਰਮ ਬੀਜੋਗੇ ਉੱਦਾਂ ਦਾ ਤੁਹਾਨੂੰ ਫਿਰ ਵੱਢਣਾ ਵੀ ਪੈਣਾ ਹੈ। ਜਿੱਦਾਂ ਦਾ ਕਿਸੇ ਨੇ ਕਰਮ ਕੀਤਾ ਉੱਦਾਂ ਦਾ ਉਹਨੂੰ ਫਲ ਵੀ ਪ੍ਰਾਪਤ ਹੋਵੇਗਾ। ਤੇ ਮਤਾ ਕੋਈ ਕਿਸੇ ਦੇ ਇਹ ਮੋਢੇ 'ਤੇ ਗੱਲਬਾਤ ਦੇ ਵਿੱਚ ਸੁੱਟੋ ਕਿ ਇਹਨੇ ਮੇਰੇ ਪਾਸੋਂ ਕਰਮ ਕਰਵਾ ਦਿੱਤੇ ਨੇ। ਮਹਾਰਾਜ ਆਖਦੇ ਦੋਸ ਨਾ ਕਾਹੂ ਜੋਗ। ਜੋਗ ਤੋਂ ਭਾਵ ਇਹ ਚੰਗੀ ਗੱਲ ਨਹੀਂ, ਉਚਿਤ ਗੱਲ ਨਹੀਂ ਹੈ ਕਿ ਤੁਸੀਂ ਬਾਅਦ ਦੇ ਵਿੱਚ ਕਿਸੇ ਨੂੰ ਆਖ ਦਿਓ। ਜਿੱਦਾਂ ਦੇ ਕਿਸੇ ਨੇ ਕਰਮ ਕੀਤੇ ਉੱਦਾਂ ਦਾ ਸੰਗਤ ਜੀ ਉਹਨੂੰ ਮਿਲਣਾ ਹੈ। ਗੁਰਬਾਣੀ ਅੰਦਰ ਮਹਾਰਾਜ ਬਚਨ ਆਖਦੇ ਨੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਇ ਨਾ ਪਕੜੀਐ ਕਿਸੈ ਥਾਏ। ਉਹ ਲੋਕ ਪਰਲੋਕ ਦੇ ਵਿੱਚ ਜਦੋਂ ਸੰਗਤ ਜੀ ਸਾਡਾ ਹਿਸਾਬ ਕਿਤਾਬ ਹੋਣਾ ਹੈ ਨਾ, ਜਿਹੜੇ ਹੱਥ ਦੇ ਨਾਲ ਅਸੀਂ ਮਾੜਾ ਕਰਮ ਕੀਤਾ ਹੈ ਉਸੇ ਹੱਥ ਨੂੰ ਫਿਰ ਵੱਢਿਆ ਜਾਵੇਗਾ, ਟੁਕਿਆ ਜਾਵੇਗਾ। ਇਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬੋਲ ਨੇ। ਇਹ ਕਰ ਕਰੇ, ਜੇ ਆਹ ਹੱਥ ਦੇ ਨਾਲ ਕੀਤਾ ਹੈ ਤੇ ਇਹ, ਜੇ ਆੜੇ ਹੱਥ ਦੇ ਨਾਲ ਕੀਤਾ ਤੇ ਇਹ ਵੱਢਿਆ ਜਾਵੇਗਾ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ। ਕੋਈ ਵੀ ਸੰਗਤ ਜੀ ਦੂਸਰਾ ਹੱਥ ਨਹੀਂ ਫੜਿਆ ਜਾਣਾ। ਜਿਸ ਨੇ ਕਰਮ ਕੀਤਾ ਹੈ ਉਹਦੇ ਨਾਲ ਹੀ ਹਿਸਾਬ ਕਿਤਾਬ ਹੋਣਾ ਹੈ। ਅੱਗੇ ਮਹਾਰਾਜ ਆਖਦੇ ਨੇ ਮਾੜੇ ਕਰਮ ਕਿਉਂ ਬੰਦਾ ਕਰਦਾ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਮਾੜੇ ਕਰਮ ਮਨੁੱਖ ਕਿਸ ਸਮੇਂ ਸੰਗਤ ਜੀ ਕਰਨ ਦੇ ਵਿੱਚ ਅੱਗੇ ਹੁੰਦਾ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਜੀਵ ਪਰਮੇਸ਼ਰ ਦੇ ਨਾਲੋਂ ਭੁੱਲ ਜਾਂਦਾ ਹੈ, ਉਹਦੀਆਂ ਗੱਲਾਂ 'ਤੇ ਅਮਲ ਨਹੀਂ ਕਰਦਾ। ਹੁਣ ਪਰਮੇਸ਼ਰ ਨੂੰ ਭੁਲਾਉਣਾ ਕੀ ਹੈ? ਸਾਡੇ ਵਿੱਚ ਇਹ ਸੰਗਤ ਜੀ ਕੁਝ ਗੁੰਝਲ ਬਣੀ ਰਹਿੰਦੀ ਹੈ। ਹੁਣ ਅਸੀਂ ਕਿੰਨੇ ਜਾਣੇ ਇੱਥੇ ਇਕੱਤਰ ਹੋਏ ਹਾਂ, ਸੰਗਤੀ ਰੂਪ ਅੰਦਰ ਬੈਠੇ। ਸਾਡੇ ਮਨ ਅੰਦਰ ਖਿਆਲ ਆਵੇਗਾ ਕਿ ਅਸੀਂ ਨਹੀਂ ਭੁਲਾਇਆ ਪਰਮੇਸ਼ਰ ਨੂੰ। ਸਾਡੇ ਸਾਰਿਆਂ ਦੇ ਹਿਰਦੇ ਅੰਦਰ ਇਹ ਗੱਲ ਆਉਣੀ ਹੈ। ਕੋਈ ਨਹੀਂ ਐਸਾ ਹੋਣਾ ਜਿਹੜਾ ਇਹ ਗੱਲ ਨੂੰ ਨਾ ਕਹੇ। ਸਾਰਿਆਂ ਨੇ ਆਖਣਾ ਅਸੀਂ ਤੇ ਗੁਰੂ ਨੂੰ ਬੜਾ ਸਮਰਪਣ ਆ, ਅਸੀਂ ਆਪਾਂ ਸਾਰਾ ਗੁਰੂ ਨੂੰ ਸਮਰਪਣ ਕੀਤਾ, ਅਸੀਂ ਤੇ ਹੋਰ ਕਿਤੇ ਜਾਂਦੇ ਵੀ ਨਹੀਂ। ਪਰ ਪਰਮੇਸ਼ਰ ਨਾਲ ਨੂੰ ਭੁੱਲਣਾ ਕੀ ਹੈ, ਇਹ ਸਾਨੂੰ ਫਿਰ ਸਮਝਣ ਦਾ ਥੋੜ੍ਹਾ ਯਤਨ ਕਰਨਾ ਪਵੇਗਾ। ਇੱਥੇ ਮਹਾਰਾਜ ਆਖਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਹੜੇ ਆਦਿ ਵਿਆਧੀ ਉਪਾਧੀ ਤਿੰਨ ਤਰ੍ਹਾਂ ਦੇ ਰੋਗ ਨੇ ਨਾ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਇਹ ਆਣ ਕੇ ਜੀਵ ਨੂੰ ਵਿਆਪਦੇ ਉਦੋਂ ਹੀ ਨੇ ਜਦੋਂ ਜੀਵ ਪਰਮੇਸ਼ਰ ਤੋਂ ਭੁੱਲਿਆ ਹੋਵੇ। ਤੇ ਸਾਨੂੰ ਸੰਗਤ ਜੀ ਇਹ ਤਿੰਨੇ ਤਰ੍ਹਾਂ ਦੇ ਰੋਗ ਆਣ ਕੇ ਚਿੰਬੜੇ ਹੋਏ ਨੇ। ਜ਼ੁਬਾਨ ਤੋਂ ਵੀ ਆਪਾਂ ਫਿੱਕਾ ਬੋਲਦੇ ਹਾਂ, ਮਨ ਕਰਕੇ ਵੀ ਕਿਸੇ ਦੀ ਬੁਰਾਈ ਆਪਾਂ ਚਿਤਵਦੇ ਰਹਿੰਦੇ, ਸਰੀਰ ਕਰਕੇ ਵੀ ਸਾਨੂੰ ਕਈ ਤਰ੍ਹਾਂ ਦੇ ਰੋਗਾਂ ਨੇ ਸੰਗਤ ਜੀ ਗ੍ਰਸਿਆ ਹੈ। ਫਿਰ ਹੁਣ ਆਪਾਂ ਵਿਚਾਰੀਏ ਭਲਾ ਕਿ ਸਾਨੂੰ ਪਰਮੇਸ਼ਰ ਭੁੱਲਿਆ ਜਾਂ ਨਹੀਂ। ਜੇ ਤੇ ਨਹੀਂ ਭੁੱਲਿਆ ਫਿਰ ਇਹ ਰੋਗਾਂ ਤੋਂ ਆਪਾਂ ਨਿਵਰਤ ਹੋਈਏ। ਜੇ ਇਹਨਾਂ ਰੋਗਾਂ ਨੇ ਸਾਨੂੰ ਗ੍ਰਸਿਆ ਹੈ, ਕਿਸੇ ਦਾ ਮਾੜਾ ਸੋਚਦੇ ਰਹਿੰਦੇ ਹਰੇਕ ਸਮੇਂ, ਆਪਣੇ ਜ਼ੁਬਾਨ ਤੋਂ ਐਸੀ ਗੰਦੀ ਸ਼ਬਦਾਵਲੀ ਵਰਤਦੇ ਹਾਂ ਜਿਹੜੀ ਸੰਗਤ ਜੀ ਘਰ ਦੇ ਵਿੱਚ ਸਾਨੂੰ ਵਰਤਣੀ ਨਹੀਂ ਚਾਹੀਦੀ।
ਕਈਆਂ ਦਾ ਸੰਗਤ ਜੀ ਆਮ ਸੁਭਾਅ ਹੀ ਬਣ ਜਾਂਦਾ ਹੈ, ਉਹ ਗਾਲ ਆਦਿ ਕੱਢਣ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ। ਇਹ ਗੰਦੀ ਸ਼ਬਦਾਵਲੀ ਜਿਹੜੀ ਹੈ ਮਾੜੇ ਕਰਮ ਸੰਗਤ ਜੀ ਸਾਡੇ ਬਣਾ ਦਿੰਦੀ। ਆਪਾਂ ਸੁਭਾਵਿਕ ਹੀ ਕਹਿ ਦਿੰਦੇ ਕਿਸੇ ਵੇਲੇ, ਪਰ ਨਿਕਲਿਆ ਹੋਇਆ ਜ਼ੁਬਾਨ ਦੇ ਵਿੱਚੋਂ ਬੋਲ ਉਹ ਜਦੋਂ ਲਿਖਤੀ ਰੂਪ ਅੰਦਰ ਸੰਗਤ ਜੀ ਲਿਖਿਆ ਜਾਂਦਾ ਹੈ, ਉਹਦਾ ਭੁਗਤਾਨ ਕਰਨਾ ਔਖਾ ਹੋ ਜਾਂਦਾ ਹੈ। ਫਿਰ ਆਪਾਂ ਇਹ ਧਿਆਨ ਜ਼ਰੂਰ ਦੇਣਾ ਹੈ ਕਿ ਸਾਨੂੰ ਇਹਨਾਂ ਤਿੰਨਾਂ ਰੋਗਾਂ ਨੇ ਗ੍ਰਸਿਆ ਜਾਂ ਨਹੀਂ। ਆਪੋ ਆਪਣੇ ਹਿਰਦੇ ਅੰਦਰ ਆਪਾਂ ਝਾਤੀ ਮਾਰਨੀ, ਗੁਰੂ ਦੇ ਇੱਥੇ ਆਏ ਆ ਸੰਗਰਾਂਦ ਦੇ ਦਿਹਾੜੇ 'ਤੇ ਕਾਹਦੇ ਵਾਸਤੇ, ਕਿ ਮਹੀਨਾ ਕਿਹੜੇ ਤਰੀਕੇ ਨਾਲ ਬਤੀਤ ਕਰਨਾ ਹੈ ਉਹਦੇ ਬਾਰੇ ਸਾਨੂੰ ਸੋਝੀ ਆਵੇ। ਅਤੇ ਜਦੋਂ ਮਹਾਰਾਜ ਇਹ ਕਹਿ ਰਹੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਅਤੇ ਆਪਾਂ ਭੁੱਲੇ ਹੋਏ ਤਾਂ ਕਰਕੇ ਰੋਗਾਂ ਨੇ ਢਾਇਆ ਹੈ ਨਾ ਸਾਨੂੰ। ਕਿਤੇ ਨਾ ਕਿਤੇ ਤੇ ਅਸੀਂ ਪਰਮੇਸ਼ਰ ਨੂੰ ਭੁਲਾਇਆ ਆਪਣੇ ਹਿਰਦੇ ਦੇ ਵਿੱਚੋਂ, ਤਾਂ ਕਰਕੇ ਸਾਡੇ ਨਾਲ ਐਸਾ ਕੁਝ ਵਰਤਾਰਾ ਵਾਪਰ ਰਿਹਾ ਹੈ। ਹੁਣ ਕਿਸੇ ਨੇ ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ, ਰੋਜ਼ ਗੁਰੂ ਘਰ ਆਉਣਾ ਸ਼ੁਰੂ ਕਰ ਦਿੱਤਾ। ਇਹ ਵੀ ਮਤਾ ਕੋਈ ਜਾਣੇ ਕਿ ਇਹਦੇ ਨਾਲ ਪਰਮੇਸ਼ਰ ਨੂੰ ਅਸੀਂ ਚੇਤੇ ਰੱਖ ਲਿਆ, ਇਹਦੇ ਨਾਲ ਵੀ ਅਜੇ ਪੂਰੀ ਪ੍ਰਾਪਤੀ ਨਹੀਂ। ਪੰਜਾਂ ਪਿਆਰਿਆਂ ਵੱਲੋਂ ਜਿਹੜਾ ਕੁਝ ਹੁਕਮ ਹੋਇਆ ਸੀ, ਜਿੰਨਾ ਚਿਰ ਉਹ ਪੂਰਨ ਰੂਪ ਅੰਦਰ ਨਹੀਂ ਮੰਨਦੇ, ਨਿਤਨੇਮੀ ਹੋਣਾ, ਸਤ ਕਰਕੇ ਪਰਮੇਸ਼ਰ ਦੇ ਬਚਨਾਂ ਨੂੰ ਸਮਝਣਾ, ਭੈ ਵਿੱਚ ਰਹਿਣਾ, ਫਿਰ ਸਦਾ ਹੀ ਭਾਣੇ ਨੂੰ ਮੰਨਣਾ। ਜੇ ਕਿਤੇ ਦੁੱਖ ਆ ਗਿਆ, ਸੁੱਖ ਆ ਗਿਆ, ਅਤੇ ਉਹਦੇ ਵਿੱਚ ਮਨ ਨੂੰ ਐਵੇਂ ਭਟਕਾ ਨਹੀਂ ਲੈਣਾ, ਗੁਰੂ ਨਹੀਂ ਦੋਸ਼ੀ ਬਣਾਈ ਜਾਣਾ ਕਿ ਗੁਰੂ ਨੇ ਸਾਨੂੰ ਦਿੱਤਾ ਕਿ ਆਪਾਂ ਸਾਰਿਆਂ ਤੋਂ ਪਹਿਲਾਂ ਇਹੀ ਸ਼ਬਦ ਵਰਤਦੇ ਹਾਂ। ਜਿਹਦੇ ਕੋਲੋਂ ਸਾਰਾ ਕੁਝ ਲਿਆ ਹੈ ਉਹਨੂੰ ਆਖ ਦਿੱਤਾ ਇਹਨੇ ਸਾਨੂੰ ਕੀ ਦਿੱਤਾ, ਅਸੀਂ ਤਾਂ ਦੂਜੇ ਪਾਸੇ ਜਾਂਦੇ। ਇਹ ਸਾਡੇ ਮਨ ਦੀ ਸੰਗਤ ਜੀ ਐਸੀ ਜਿਹੜੀ ਭਟਕਣਾ ਹੈ, ਇਹ ਪਾਪ ਪੈਦਾ ਕਰ ਦਿੰਦੀ ਹੈ, ਪਾਪ ਵਾਲੇ ਕਰਮ ਬਣ ਜਾਂਦੇ ਨੇ। ਅਤੇ ਜਦੋਂ ਪਾਪ ਵਾਲੇ ਕਰਮ ਬਣੇ, ਭਾਵੇਂ ਰੋਜ਼ ਗੁਰੂ ਘਰ ਆਈਏ, ਇੱਕ ਦਿਨ ਵੀ ਮਨ ਅੰਦਰ ਐਸੀ ਸ਼ੰਕਾ ਪੈਦਾ ਹੋ ਗਈ, ਉਹ ਸੰਗਤ ਜੀ ਕੀਤੇ ਕਿਰਾਏ 'ਤੇ ਪਾਣੀ ਫਿਰ ਜਾਣਾ ਸਾਰਾ। ਇਹ ਆਪਾਂ ਭਜਨ ਦੇ ਭਾਵੇਂ ਚੇਤੇ ਕਰੀਏ, ਕਿਸੇ ਵੇਲੇ ਸਵਾਲ ਵੀ ਕਰ ਦਿੰਦੇ, ਬਾਬਾ ਜੀ ਗੁਰਬਾਣੀ ਤੇ ਇਹ ਆਖਦੀ ਹੈ ਇੱਕ ਤਿਲ ਨਹੀਂ ਭੰਨੈ ਘਾਲ ਹੈ, ਕਿ ਇੱਕ ਤਿਲ ਮਾਤਰ ਵੀ ਗੁਰੂ ਕਿਸੇ ਦੀ ਘਾਲ ਕਮਾਈ ਨੂੰ ਵਿਅਰਥ ਨਹੀਂ ਜਾਣ ਦਿੰਦਾ। ਪਰ ਜਿਹੜੀ ਉੱਥੇ ਘਾਲ ਕਮਾਈ ਕਰਨ ਬਾਬਤ ਮਹਾਰਾਜ ਜੀ ਨੇ ਆਖਿਆ ਕਿ ਉਹ ਅਸਾਂ ਕੀਤੀ ਅਜੇ, ਅਸੀਂ ਤੇ ਧਾਰਨ ਨਹੀਂ ਕੀਤੀ, ਬਾਕੀ ਤੇ ਕੰਮ ਦੂਰ ਰਹਿ ਗਏ। ਇੱਕ ਕਿਣਕਾ ਮਾਤਰ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ ਕਿ ਕਿਣਕਾ ਏਕ ਜਿਸ ਜੀ ਬਸਾਵੇ, ਜਿਹਦੇ ਹਿਰਦੇ ਅੰਦਰ ਕਿਣਕਾ ਵੀ ਵਸ ਜਾਵੇ, ਉਹਦੀ ਮਹਿਮਾ ਗਿਣਤੀ ਮਿਣਤੀ ਤੋਂ ਪਰੇ ਹੋ ਜਾਂਦੀ। ਅਤੇ ਕੀ ਅਸੀਂ 60 ਸਾਲ ਸਾਡੀ ਉਮਰ ਹੋ ਗਈ, ਕਿਸੇ ਦੀ ਕਿੰਨੀ, ਕਿਸੇ ਦੀ ਕਿੰਨੀ, 50 60 40 ਹਰੇਕ ਸਾਲ ਦੀ ਉਮਰ ਦੇ ਬੱਚੇ ਆਉਂਦੇ ਨੇ, ਇੱਥੇ ਜੀਵ ਆਉਂਦੇ ਨੇ, ਅਤੇ ਕੀ 60 ਸਾਲਾਂ ਦੇ ਵਿੱਚ ਸਾਡੇ ਕੋਲੋਂ ਕਿਣਕਾ ਨਹੀਂ ਵਸਿਆ ਅਜੇ ਤੱਕ। ਜੇ ਕਿਤੇ ਉਹ ਕਿਣਕਾ ਵਸ ਜਾਂਦਾ ਤੇ ਸੰਸਾਰ ਦੇ ਬੰਧਨਾਂ ਤੋਂ ਆਪਾਂ ਕਦੇ ਦੇ ਮੁਕਤ ਹੋ ਜਾਂਦੇ, ਪਰ ਅਜੇ ਉਹ ਕਿਣਕਾ ਆਇਆ ਨਹੀਂ। ਕਿਉਂ ਨਹੀਂ ਆਇਆ? ਗੁਰੂ ਨੂੰ ਸਮਰਪਣ ਨਹੀਂ ਹੋਏ। ਬਾਰੀ ਸਰੀਰ ਕਰਕੇ ਰੋਜ਼ ਮੱਥਾ ਟੇਕ ਦਿੱਤਾ, ਨਮਸਕਾਰਾਂ ਕੀਤੀਆਂ, ਇਹਦੇ ਨਾਲ ਨਹੀਂ ਇਕੱਲੀ ਗੱਲ। ਇੱਥੇ ਜਿਹੜੀਆਂ ਮਨ ਦੀਆਂ ਕੁਝ ਖੇਡਾਂ ਨੇ, ਪਰਮੇਸ਼ਰ 'ਤੇ ਭੁੱਲੇ ਆ, ਦਿਖਾਵੇ ਮਾਤਰ 'ਤੇ ਆਪਾਂ ਕਿਸੇ ਨੂੰ ਕਿ ਰੋਜ਼ ਗੁਰੂ ਘਰ ਆ ਗਏ, ਨਤਮਸਤਕ ਹੋ ਗਏ। ਕਿਸੇ ਨੇ 100 ਦਾ ਮੱਥਾ ਟੇਕਿਆ, ਬਾਹਰੋਂ ਲਮਕਾ ਕੇ ਲਿਆਂਦਾ ਕਿ 4 ਬੰਦੇ ਮੈਨੂੰ ਦੇਖਣ ਵੀ। ਇਹ ਸਾਰਾ ਕੁਝ ਜਿਹੜਾ ਵਰਤਾਰਾ ਹੈ, ਅਸੀਂ ਸੰਗਤ ਜੀ ਲੋਕ ਦਿਖਾਵੇ ਵਾਸਤੇ ਕਰਦੇ ਪਏ, ਗੁਰੂ ਨਾਲ ਜੁੜਨ ਕਰਕੇ ਨਹੀਂ। ਗੁਰੂ ਨਾਲ ਜੁੜੇ ਹੋਈਏ ਅੰਦਰੋਂ, ਅਤੇ ਫਿਰ ਇਹ ਸਾਡਾ ਜਿਹੜਾ ਦਿਖਾਵਾ ਹੈ ਬਾਹਰੀ, ਇਹ ਤਾਂ ਖਤਮ ਹੋ ਜਾਵੇ, ਇਹਦੇ ਵਿੱਚ ਨਾ ਆਪਾਂ ਪਰਚੀਏ। ਇਹਦਾ ਕੀ ਮਤਲਬ ਹੈ ਫਿਰ? ਕਿ ਪਰਮੇਸ਼ਰ 'ਤੇ ਭੁੱਲੇ ਹੋਏ ਆਪਾਂ ਲੋਕ ਹਾਂ, ਤਾਂ ਕਰਕੇ ਇਹ ਤਿੰਨਾਂ ਤਰ੍ਹਾਂ ਦੇ ਜਿਹੜੇ ਰੋਗ ਆਣ ਕੇ ਸਾਨੂੰ ਗ੍ਰਸ ਰਹੇ ਨੇ। ਮਨ ਕਰਕੇ ਜਿੰਨਾ ਚਿਰ ਸਮਰਪਣ ਨਹੀਂ ਹੁੰਦੇ ਗੁਰੂ ਨੂੰ, ਓਨਾ ਚਿਰ ਅਸੀਂ ਪਰਮੇਸ਼ਰ ਤੋਂ ਭੁੱਲੇ ਹੋਏ ਹੀ ਹਾਂ। ਪੰਜਾਂ ਪਿਆਰਿਆਂ ਵੱਲੋਂ ਹੁਕਮ ਹੋਇਆ, ਆ ਤੁਸੀਂ ਕਰਮ ਕਰਨੇ ਨੇ ਕਿ ਅਸੀਂ ਪੂਰਨ ਰੂਪ ਅੰਦਰ ਉਹ ਧਾਰਨ ਕੀਤੇ। ਜੇ ਆਪਾਂ ਸਮਝੀਏ ਉਹਨਾਂ ਗੱਲਾਂ ਨੂੰ, ਜੋ ਹੁਕਮ ਹੋਇਆ ਸੀ ਗੁਰੂ ਸਾਹਿਬ ਵੱਲੋਂ ਕਿ ਸਿੱਖਾ ਤੁਹਾਡਾ ਜੀਵਨ ਐਸਾ ਹੋਣਾ ਚਾਹੀਦਾ ਹੈ, ਮਾੜੇ ਕਰਮਾਂ ਤੋਂ ਪਾਸੇ ਰਹਿਣਾ ਹੈ, ਕਿ ਅਸੀਂ ਮਾੜੇ ਕਰਮ ਨਹੀਂ ਕਰਦੇ।
ਤਾਂ ਆ ਕੇ ਸੰਗੋ ਉੱਧਰ ਆਪਾਂ ਜਾਂਦੇ ਹਾਂ। ਬੁਰੇ ਕਾਮ ਕਉ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇਹ ਸਾਡੀ ਬਿਰਤੀ। ਕਈ ਸੰਗਤ ਜੀ ਸੰਗਰਾਂਦ ਵਾਲੇ ਦਿਨ ਹੀ ਆ ਗਏ, ਇਹੀ ਚਾਹੁੰਦੇ ਕਿ ਅਸੀਂ ਪਰਮੇਸ਼ਰ ਨੂੰ ਭੁੱਲੇ ਨਹੀਂ, ਇਸੇ ਤੇ ਮੱਥਾ ਟੇਕ ਆਏ ਅੱਜ ਸੰਗਰਾਂਦ ਵਾਲੇ ਦਿਨ, ਬਾਕੀ ਮਹੀਨਾ ਉੱਦਾਂ ਲੰਘ ਜਾਣਾ। ਸੰਗਰਾਂਦ ਵਾਲੇ ਦਿਨ ਹੀ ਇਕੱਲੀ ਰੋਟੀ ਖਾ ਕੇ ਸੰਗਤ ਜੀ ਮਹੀਨਾ ਲੰਘ ਜਾਵੇਗਾ, ਨਹੀਂ ਬਤੀਤ ਹੋਣਾ ਸਾਡਾ। ਫਿਰ ਅਸੀਂ ਭੁੱਲੇ ਨਾ ਹੋਏ ਗੁਰੂ ਤੋਂ। ਗੁਰੂ ਨੂੰ ਜੇ ਅੰਦਰੋਂ ਪ੍ਰੇਮ ਕਰੀਏ ਤੇ ਅਸੀਂ ਭਾਵੇਂ ਸੰਗਤ ਜੀ ਮੀਂਹ ਪੈਂਦਾ ਹੋਵੇ ਬਾਹਰ ਜਿੰਨਾ ਮਰਜ਼ੀ, ਭਗਤ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ ਨਾ ਕਿ ਭਿੱਜਾ ਸਿੱਜਾ ਕੰਬਲੀ ਅੱਲ੍ਹ ਵਰਸੈ ਮੇਹੋ, ਜਾਇ ਮਿਲਾ ਤਿਨਾ ਸੱਜਣਾ ਟੁੱਟਾ ਨਾ ਹੀ ਨੇਹੋ। ਇਹ ਭਗਤਾਂ ਦੇ ਪਾਵਨ ਬੋਲ ਨੇ ਕਿ ਜਦੋਂ ਅੰਦਰੋਂ ਬੰਦਾ ਸੰਗਤ ਜੀ ਜੁੜ ਜਾਂਦਾ, ਫਿਰ ਕਿਸੇ ਤਰ੍ਹਾਂ ਬਾਹਰੀ ਕੁਝ ਪਰਵਾਹ ਨਹੀਂ ਰਹਿੰਦੀ। ਭਾਵੇਂ ਬਸਤਰ ਭਿੱਜਦੇ ਨੇ, ਭਾਵੇਂ ਸੁੱਕੇ ਨੇ, ਮੀਂਹ ਪੈਂਦਾ ਨਹੀਂ ਪੈਂਦਾ, ਹਨੇਰੀ ਆਉਂਦੀ ਨਹੀਂ ਆਉਂਦੀ, ਉਹਨਾਂ ਦੀ ਜਿਹੜੀ ਤੜਫ ਹੈ ਅੰਦਰੋਂ ਗੁਰੂ ਨੂੰ ਮਿਲਣ ਵਾਸਤੇ, ਉਹ ਇੱਕ ਸਮਾਨ ਹੀ ਬਣੀ ਰਹਿੰਦੀ ਹੈ। ਠੰਡ ਹੈ ਭਾਵੇਂ ਗਰਮੀ ਦੀ ਰੁੱਤ ਹੈ, ਉਹ ਕਿਸੇ ਤਰ੍ਹਾਂ ਇਹਨਾਂ ਬਾਹਰੀ ਚੀਜ਼ਾਂ ਦਾ ਪ੍ਰਭਾਵ ਨਹੀਂ ਮੰਨਦੇ। ਫਿਰ ਕਹਿ ਲਓ ਗੁਰੂ ਨੂੰ ਸੰਗਤ ਜੀ ਆਪਾ ਸਮਰਪਣ ਹੁੰਦਾ ਹੈ। ਇਹਦਾ ਮਤਲਬ ਇਹ ਹੋਇਆ ਕਿ ਪਰਮੇਸ਼ਰ ਤੇ ਭੁੱਲਿਆ ਆਪਾਂ ਸਾਰੇ ਸੰਗਤ ਜੀ ਭੁੱਲੇ ਹੋਏ ਪਰਮੇਸ਼ਰ ਤੋਂ, ਕਿਉਂਕਿ ਆਪਾਂ ਅੰਦਰ ਝਾਤੀ ਜ਼ਰੂਰ ਮਾਰਨੀ ਹੈ। ਇੱਥੇ ਗੁਰਬਾਣੀ ਨੇ ਅੰਦਰ ਦੀਆਂ ਗੱਲਾਂ ਕੀਤੀਆਂ ਨੇ, ਗੁਰੂ ਨੇ ਅੰਦਰ ਦੀਆਂ ਗੱਲਾਂ ਕੀਤੀਆਂ ਕਿ ਤੁਸੀਂ ਅੰਦਰ ਸਵਾਰੋਗੇ ਤੇ ਬਾਹਰੋਂ ਸਵਰ ਜਾਣਾ। ਤੁਹਾਡਾ ਹਿਰਦਾ ਸਵਰੇਗਾ ਤੇ ਹੌਲੀ ਹੌਲੀ ਕਰਕੇ ਸੰਗਤ ਜੀ ਬਾਹਰੋਂ ਆਪੇ ਹੀ ਜਿਹੜੀ ਸੁੰਦਰਤਾ ਸਾਡੀ ਉਹ ਪ੍ਰਗਟ ਹੋਈ ਜਾਣੀ ਹੈ। ਹੁਣ ਕੋਈ ਭਾਂਡਾ ਸੰਗਤ ਜੀ ਬਾਹਰੋਂ ਮਾਂਜੇ ਤੇ ਅੰਦਰੋਂ ਉਹ ਲਿਬੜਿਆ ਰਵੇ ਦੁੱਧ ਨਾਲ ਸਬਜ਼ੀ ਨਾਲ, ਤੇ ਥੋੜ੍ਹਾ ਕੁ ਚਿਰ ਪੈਂਦਾ ਉਹ ਗੰਦਗੀ ਦੇ ਨਾਲ ਬੋ ਮਾਰਨੀ ਸ਼ੁਰੂ ਕਰ ਦਿੰਦਾ, ਉਹਦੇ ਅੰਦਰ ਕਿਰਮ ਪੈ ਜਾਂਦੇ ਨੇ। ਅੰਦਰੋਂ ਬਾਹਰੋਂ ਦੋਨਾਂ ਪਾਸੋਂ ਸਾਨੂੰ ਸੰਗਤ ਜੀ ਉਹਦੀ ਸਫਾਈ ਕਰਨੀ ਪੈਂਦੀ ਹੈ ਕਿ ਉਹ ਆਪਾਂ ਰਗੜ ਰਗੜ ਕੇ ਉਹਨੂੰ ਮਾਂਜ ਦੇ। ਇਸੇ ਤਰ੍ਹਾਂ ਜਿੱਦਾਂ ਮਨ ਕਰਕੇ ਬਾਹਰੋਂ ਅਸੀਂ ਸਰੀਰ ਕਰਕੇ ਗੁਰੂ ਦੇ ਨਾਲ ਜੁੜੇ, ਉੱਥੇ ਮਨ ਕਰਕੇ ਵੀ ਜੁੜਨਾ ਪਵੇਗਾ, ਨਹੀਂ ਤੇ ਅੰਦਰ ਸੰਗਤ ਜੀ ਈਰਖਾ ਦੇ ਕੀੜੇ, ਕਈ ਤਰ੍ਹਾਂ ਦੇ ਇਹ ਕੀੜੇ ਸਾਡੇ ਪੈਦਾ ਹੋਣਗੇ। ਦਵੈਸ਼ ਦੀ ਜਿਹੜੀ ਬਦਬੂ ਉਹ ਸਾਡੇ ਅੰਦਰ ਚੱਲਣੀ ਸ਼ੁਰੂ ਹੋ ਜਾਂਦੀ ਹੈ। ਜਿੰਨਾ ਚਿਰ ਅੰਦਰੋਂ ਭਾਂਡਾ ਨਹੀਂ ਮਾਂਜਿਆ ਤੇ ਉਹਦੇ ਅੰਦਰ ਗੰਦਗੀ ਬਣਨੀ ਥੋੜ੍ਹੇ ਸਮੇਂ ਬਾਅਦ ਕਿਰਮ ਪੈਦਾ ਹੋ ਜਾਂਦੇ ਨੇ ਉਹਨਾਂ ਚੀਜ਼ਾਂ ਦੇ ਵਿੱਚ, ਜਿਹੜਾ ਭਾਂਡਾ ਲਿਬੜਿਆ ਰਹੇ। ਤੇ ਜਦੋਂ ਬਾਹਰੋਂ ਆਪਾਂ ਗੁਰੂ ਦੇ ਨਾਲ ਇਕੱਲੇ ਜੁੜੇ ਆ, ਬਾਹਰੋਂ ਹੀ ਆਪਣਾ ਭਾਂਡਾ ਲਿਸ਼ਕਾ ਕੇ ਇਸ਼ਨਾਨ ਪਾਣੀ ਕਰਕੇ ਆ ਗਏ, ਅੰਦਰੋਂ ਨਾ ਜੁੜੇ, ਅੰਦਰੋਂ ਅਜੇ ਸਫਾਈ ਕਰਨੀ ਆਪਾਂ ਸੋਚਿਆ ਵੀ ਨਹੀਂ, ਕਿਉਂਕਿ ਆਪਾਂ ਹਰੇਕ ਜਾਣਦਾ ਹੈ ਮੈਂ ਸਿਆਣਾ, ਆ ਜਿਹੜਾ ਬੇਵਕੂਫੀ ਹੈ ਮੇਰੇ ਲਾਗੇ ਬੈਠਾ। ਹਰੇਕ ਦੇ ਮਨ ਅੰਦਰ ਇਹ ਵਿਚਾਰ ਆਉਂਦੀ ਕਿ ਇਹਨਾਂ ਵਿੱਚੋਂ ਮੈਂ ਹੀ ਸਿਆਣਾ ਹਾਂ, ਮੇਰੇ ਅੱਗੇ ਮੇਰੇ ਜਿੰਨਾ ਸਿਆਣਾ ਕੌਣ ਹੈ। ਇਸੇ ਸਿਆਣਪ ਨੇ ਸਾਨੂੰ ਸੰਗਤ ਜੀ ਕਈ ਜੂਨਾਂ ਦੇ ਵਿੱਚ ਭਰਮਾ ਦੇਣਾ, ਇਹ ਨਹੀਂ ਆਪਾਂ ਸਮਝ ਰਹੇ। ਜਿਹੜਾ ਇਹ ਹੰਕਾਰ ਹੈ ਕਿ ਮੈਂ ਸਿਆਣਾ, ਇਹ ਜੂਨਾਂ ਦਾ ਸੰਗਤ ਜੀ ਕਾਰਨ ਬਣ ਜਾਂਦਾ ਹੈ। ਫਿਰ ਇਹਦਾ ਮਤਲਬ ਕਿ ਆਪਾਂ ਸੰਗਤ ਜੀ ਭੁੱਲੇ ਹੋਏ ਪਰਮੇਸ਼ਰ ਤੇ ਭੁੱਲੇ ਹਾਂ, ਵਿਆਪਣ ਸਭੇ ਰੋਗ, ਕਈ ਤਰ੍ਹਾਂ ਕਰਕੇ ਆਪਾਂ ਭੁੱਲੇ, ਇੱਕ ਕਰਕੇ ਨਹੀਂ। ਜੇ ਇੱਕ ਕਰਕੇ ਆਪਾਂ ਗੁਰੂ ਸਰੀਰ ਕਰਕੇ ਗੁਰੂ ਦੇ ਕੋਲ ਆ ਵੀ ਜਾਈਏ, ਆ ਗਏ ਗੁਰੂ ਕੀ ਹਜ਼ੂਰੀ ਅੰਦਰ, ਗੁਰੂ ਦੇ ਕੋਲ ਆਣ ਕੇ ਨਤਮਸਤਕ ਹੋ ਗਏ, ਇਹ ਸਰੀਰ ਕਰਕੇ ਹੋ ਗਿਆ। ਅੰਦਰੋਂ ਕਿੰਨੇ ਜੁੜਨਾ ਸੀ, ਕਿਸੇ ਹੋਰ ਧਰਮ ਨੇ ਜੁੜਨਾ ਗੁਰੂ ਦੇ ਨਾਲ, ਸਿੱਖਾਂ ਨੇ ਜੁੜਨਾ ਸੀ ਨਾ ਇਹ ਗੱਲਾਂ ਕਹਿ ਕੇ। ਇੱਥੇ ਮਹਾਰਾਜ ਤਾਂ ਆਖਦੇ ਭਾਈ ਭੁੱਲੇ ਹੋਏ ਜੀਵਾਂ ਨੂੰ ਇਹ ਤਿੰਨ ਤਰ੍ਹਾਂ ਦੇ ਰੋਗ ਆਣ ਕੇ ਵਿਆਪਦੇ ਨੇ। ਮਨ ਬਾੜੀ ਸਰੀਰ ਕਰਕੇ ਉਹ ਗਾਂਧੀ ਸੰਗਤ ਜੀ ਜ਼ੁਬਾਨ ਤੋਂ ਉਗਲਦੇ ਰਹਿੰਦੇ, ਕੰਨਾਂ ਦੇ ਵਿੱਚ ਵੀ ਸੰਗਤ ਜੀ ਉਹ ਗੰਦੇ ਮੰਦੇ ਗੀਤ ਸੁਣਦੇ ਨੇ ਪਰਮੇਸ਼ਰ ਦੇ ਭੁੱਲਣ ਕਾਰਨ। ਕਿਉਂਕਿ ਗੁਰਬਾਣੀ ਨੇ ਇਹ ਵੀ ਬਚਨ ਕਹੇ ਨੇ, ਪਰਮੇਸ਼ਰ ਤੋਂ ਟੁੱਟੇ ਹੋਏ ਲੋਕ ਹੀ ਸੰਗਤ ਜੀ ਇਹ ਗੰਦੇ ਮੰਦੇ ਗੀਤਾਂ ਵੱਲ ਦੌੜਦੇ। ਤੇ ਹੁਣ ਤੇ ਕੀ ਹੋ ਗਿਆ ਹੈ, ਨਾਚ ਗਾਣਾ ਹੀ ਸੰਗਤ ਜੀ ਸਾਡੇ ਅੰਦਰ ਬਹੁਤਾ ਵੜ ਗਿਆ ਆਣ ਕੇ, ਤੇ ਆਪਾਂ ਉਹਨੂੰ ਸੱਭਿਆਚਾਰ ਕਹਿ ਦਿੱਤਾ, ਇਹ ਸਾਡਾ ਸੱਭਿਆਚਾਰ ਹੈ। ਮਾਰੋ ਹਾਂ ਜਾਤੀ ਭਲਾ ਸੰਗਤ ਜੀ ਪਿੱਛੇ ਸਾਹਿਬਜ਼ਾਦਿਆਂ ਵੱਲ ਕੇ ਕਦੋਂ ਨੱਚਦੇ ਰਹੇ ਨੇ, ਕਿਹੜੇ ਗਾਣੇ ਤੇ ਨੱਚੇ ਨੇ ਉਹ ਦੇਖੋ ਭਲਾ ਪਿੱਛੇ। ਜੇ ਤੇ ਗੁਰੂ ਸਾਹਿਬ ਵੇਲੇ ਇੱਦਾਂ ਸਾਡੇ ਗੁਰੂ ਪਿਤਾ ਨੇ ਇਹ ਕੁਝ ਕਰਮ ਕੀਤੇ ਨੇ ਤੇ 100 ਵਾਰ ਸੰਗਤ ਜੀ ਭਾਵੇਂ ਕਰੋ। ਸੱਭਿਆਚਾਰ ਹੋਵੇਗਾ ਉਹਨਾਂ ਦਾ ਜਿਹੜੇ ਗੁਰੂ ਤੋਂ ਨਗੁਰੇ ਹੋਏ ਨੇ, ਗੁਰੂ ਵਾਲੇ ਨਹੀਂ।
ਗੁਰੂ ਵਾਲੇ ਬਣ ਕੇ ਸੰਗਤ ਜੀ ਇਹ ਕਰਮਾਂ ਨੂੰ ਧਾਰਨ ਕੀਤਾ ਤੇ ਮਾਫੀ ਕਿਤੇ ਨਹੀਂ ਮਿਲਣੀ। ਭੁੱਲੇ ਹੋਏ ਲੋਕ ਆਪਾਂ। ਪਹਿਲਾਂ ਤੇ ਲੋਕ ਆਖਿਆ ਕਰਦੇ ਸੀ ਹੀਨ ਭਾਵ ਦੇ ਨਾਲ ਕਿ ਭਾਈ ਫਲਾਣੇ ਦੀ ਧੀ ਜਿਹੜੀ ਹੈ ਨਾ ਉਹ ਨਚਾਰ ਬਣ ਗਈ, ਤੇ ਹੁਣ ਆਪਾਂ ਆਪ ਸੰਗਤ ਦੀ ਵੀਡੀਓ ਬਣਾ ਕੇ ਉਹਨਾਂ ਦੀ ਨੈੱਟ 'ਤੇ ਪਾਉਂਦੇ ਆ। ਕੱਲ੍ਹ ਹੀ ਸੰਗਤ ਜੀ ਸ਼ਬਦ ਇਤਿਹਾਸ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਸੰਤ ਤੇ ਹਿੰਡੋਲ ਰਾਗ ਦੇ ਅੰਦਰ ਇਕੱਠਾ ਉਚਾਰਨ ਕੀਤਾ ਸੀ, ਜਿਹਦੇ ਅੰਦਰ ਮਹਾਰਾਜ ਜੀ ਨੇ ਬਚਨ ਕਹੇ ਸੀ ਕਿ ਜੋ ਚਾਰ ਵੇਦ ਨੇ ਤੇ ਇਹ ਚਾਰੇ ਜੁਗਾਂ ਰੂਪੀ ਹੱਥਾਂ ਦੇ ਵਿੱਚ ਪਰਮੇਸ਼ਰ ਨੇ ਦਿੱਤੇ ਹੋਏ, ਤੇ ਕਲਯੁਗ ਦੇ ਅੰਦਰ ਇਹ ਸ਼ੂਦਰਾਂ ਦਾ ਰਾਜ ਹੋਇਆ। ਸਤਯੁਗ ਦੇ ਅੰਦਰ ਦੇਵਤੇ ਵਾਹਿਗੁਰੂ ਬ੍ਰਾਹਮਣਾਂ ਦਾ ਰਾਜ, ਤ੍ਰੇਤਾ ਯੁੱਗ ਆਇਆ ਉਸ ਸਮੇਂ ਛਤਰੀਆਂ ਦਾ ਰਾਜ ਸੀ, ਦੁਆਪਰ ਆ ਗਿਆ ਉਸ ਸਮੇਂ ਵੈਸ਼ਾਂ ਦਾ, ਤੇ ਜਦੋਂ ਇਹ ਕਲਯੁਗ ਦਾ ਸਮਾਂ ਆਇਆ ਇਹਦੇ ਅੰਦਰ ਸ਼ੂਦਰਾਂ ਦਾ ਰਾਜ ਹੋਇਆ। ਸ਼ੂਦਰ ਕੌਣ ਨੇ? ਮਾੜੀ ਬਿਰਤੀ ਦੇ ਲੋਕ। ਜਾਤੀ ਨੂੰ ਸ਼ੂਦਰ ਨਹੀਂ ਕਿਹਾ ਕਿਤੇ ਵੀ। ਗੁਰਬਾਣੀ ਆਖਦੀ ਹੈ ਮਾਨਸ ਕੀ ਜਾਤ ਸਭੈ ਏਕੈ ਪਹਿਚਾਣ ਬੋ। ਜਾਤੀ ਨੂੰ ਕਿਸੇ ਤਰ੍ਹਾਂ ਸ਼ੂਦਰ ਨਹੀਂ ਆਖਿਆ। ਸ਼ੂਦਰ ਕੌਣ ਨੇ? ਜਿਨ੍ਹਾਂ ਦੀ ਮਾੜੀ ਬਿਰਤੀ ਹੈ। ਬਿਰਤੀ ਨੂੰ ਸ਼ੂਦਰ ਸੰਗਤ ਜੀ ਗੁਰਬਾਣੀ ਨੇ ਕਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਬੋਲ ਆਉਂਦੇ ਨੇ ਕਿ ਕਰਮ ਨਾਮ ਵਰਨਤ। ਕਰਮ ਦੇ ਕਰਕੇ ਸੰਗਤ ਜੀ ਉਹ ਜਾਤੀ ਦਾ ਨਾਮ ਬਣਦਾ ਹੈ। ਤੇ ਜਦੋਂ ਅਸੀਂ ਕਰਮ ਹੀ ਮਾੜੇ ਕੀਤੇ ਫਿਰ ਸ਼ੂਦਰ ਹੋਏ। ਹੁਣ ਕੋਈ ਡਾਕਟਰ ਹੈ, ਉਹਦਾ ਸੰਗਤ ਜੀ ਬੇਟਾ ਮਾੜੇ ਕਰਮ ਕਰੇ ਤੇ ਕੀ ਆਪਾਂ ਉਹਨੂੰ ਡਾਕਟਰ ਕਹਾਂਗੇ? ਆਪਾਂ ਤੇ ਉਹਨੂੰ ਸੰਗਤ ਜੀ ਲਾਹਨਤਾਂ ਹੀ ਪਾਉਣੀਆਂ ਨੇ ਨਾ ਕਿ ਮਾੜੇ ਕਰਮ ਕਰਦਾ ਹੈ। ਬ੍ਰਾਹਮਣ ਦਾ ਪੁੱਤਰ ਨਹੀਂ ਬ੍ਰਾਹਮਣ ਹੋ ਸਕਦਾ ਜੇ ਉਹਨੇ ਸੰਗਤ ਜੀ ਬ੍ਰਹਮ ਪਰਮੇਸ਼ਰ ਨੂੰ ਨਹੀਂ ਜਾਣਿਆ। ਡਾਕਟਰ ਦਾ ਪੁੱਤਰ ਜਿੱਦਾਂ ਡਾਕਟਰ ਨਹੀਂ ਹੋ ਸਕਦਾ ਪੜ੍ਹਾਈ ਤੋਂ ਬਿਨਾਂ, ਇਸੇ ਤਰ੍ਹਾਂ ਬ੍ਰਾਹਮਣ ਦਾ ਪੁੱਤਰ ਜਿੰਨਾ ਚਿਰ ਉਹਨੇ ਬ੍ਰਹਮ ਪਰਮੇਸ਼ਰ ਨੂੰ ਨਹੀਂ ਜਾਣਿਆ ਉਹ ਬ੍ਰਾਹਮਣ ਨਹੀਂ। ਜਿੱਦਾਂ ਦੇ ਕਰਮ ਉਹਦੇ ਉੱਦਾਂ ਦਾ ਉਹਦਾ ਨਾਮ ਲਿਆ ਜਾਂਦਾ, ਜਾਤੀ ਬਣ ਜਾਂਦੀ ਹੈ। ਹੁਣ ਕੋਈ ਸੰਗਤ ਜੀ ਕਿਸੇ ਮਹਿਕਮੇ ਦੇ ਵਿੱਚ, ਕੋਈ ਕਿਸੇ ਦੇ ਵਿੱਚ ਹੈ, ਉਹਦੇ ਅਨੁਸਾਰ ਹੀ ਉਹਦਾ ਸੰਗਤ ਜੀ ਨਾਂ ਫਿਰ ਲੈਂਦੇ ਨਾ ਆਪਾਂ ਸਾਰੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਕਲਯੁਗ ਦੇ ਅੰਦਰ ਸ਼ੂਦਰਾਂ ਦਾ ਰਾਜ ਹੋਣਾ। ਸ਼ੂਦਰ ਭਾਵ ਮਾੜੇ ਕਰਮੀ ਲੋਕਾਂ ਦਾ। ਜਿਹੜੇ ਮਾੜੇ ਕਰਮੀ ਹੋਣਗੇ, ਬਹੁਤੇ ਮਾੜੇ ਕਰਮ ਜਿਨ੍ਹਾਂ ਨੇ ਕਰਨੇ ਨੇ, ਰਾਜ ਸੱਤਾ 'ਤੇ ਉਹਨਾਂ ਨੇ ਬਹਿ ਜਾਣਾ। ਤੇ ਹੋ ਵੀ ਇਸੇ ਤਰ੍ਹਾਂ ਰਿਹਾ। ਤੇ ਉੱਥੇ ਬਚਨ ਵੀ ਇਤਿਹਾਸ ਅੰਦਰ ਆਏ ਸੀ। ਗੁਰਬਾਣੀ ਦੇ ਬਚਨ ਨੇ ਏਕਾ ਏਕਾ ਵਾਰੀ। ਇਹ ਜਿੰਨਾ ਚਿਰ ਇਹਨਾਂ ਆਪਾਂ ਗੱਲਾਂ ਨੂੰ, ਭੇਦਾਂ ਨੂੰ ਨਹੀਂ ਜਾਣਦੇ, ਉਹਨਾਂ ਚਿਰ ਸਾਨੂੰ ਨਹੀਂ ਸਮਝ ਆਉਣੀ। ਤਾਂ ਕਰਕੇ ਸੰਗਤ ਜੀ ਇਹ ਸ਼ੂਦਰਾਂ ਤੋਂ ਰਾਜ ਭਾਵ ਜਿਹੜੇ ਕਲਾਕਾਰ ਨੇ, ਰਾਜ ਭਾਗ ਹੀ ਸਾਂਭ ਰਹੇ ਨੇ ਨਾ, ਉਹਨਾਂ ਨੂੰ ਅਸੀਂ ਆਪਣਾ ਸੰਗਤ ਜੀ ਉਸਤਾਦ ਮੰਨਿਆ ਹੈ। ਕੋਈ ਮਾੜਾ ਮੋਟਾ ਕਲਾਕਾਰ ਆਵੇ ਉੱਤੋਂ ਦੀ ਪੈਸੇ ਸੁੱਟੇ। ਹੁਣ ਫਿਰ ਦੇਖੀ ਆਪਾਂ ਸ਼ੂਦਰਾਂ ਦਾ ਰਾਜ ਕਿੱਦਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਬੋਲ ਨੇ ਇਹ ਰਹਿੰਦੀ ਦੁਨੀਆ ਤੱਕ ਸੰਗਤ ਜੀ ਸੱਚ ਰਹਿਣ ਵਾਲੇ ਨੇ। ਵਾਰ-ਵਾਰ ਆਪਾਂ ਸ਼ਬਦ ਨੂੰ ਪੜ੍ਹਦੇ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਪਹਾੜ ਤੁਰ ਫਿਰ ਸਕਦੇ, ਉੱਡ ਸਕਦੇ ਨੇ, ਨਦੀਆਂ ਪੁੱਠਾ ਵਹਾ ਸਕਦੀਆਂ ਨੇ ਪਾਣੀ ਨੂੰ। ਹੋਰ ਕਈ ਕੁਝ ਹੋ ਸਕਦਾ, ਜਿਹੜੀਆਂ ਚੀਜ਼ਾਂ ਨਹੀਂ ਹੋ ਸਕਦੀਆਂ ਉਹ ਵੀ ਹੋ ਸਕਦਾ ਹੈ, ਪਰ ਸਾਧੂ ਦੇ ਬਚਨ ਕਦੀ ਨਹੀਂ ਸੰਗਤ ਜੀ ਪਲਟਦੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵੱਡਾ ਸਾਧੂ ਕੌਣ ਸੀ? ਜਿਨ੍ਹਾਂ ਨੇ ਪਹਿਲਾਂ ਹੀ ਸ਼ਬਦ ਲਿਖ ਦਿੱਤਾ ਕਿ ਕਲਯੁਗ ਦੇ ਅੰਦਰ ਸ਼ੂਦਰਾਂ ਦਾ ਰਾਜ ਹੋਵੇਗਾ। ਤੇ ਦੇਖਦੇ ਆਪਾਂ ਕਿ ਐਸਾ ਹੀ ਵਰਤਾਰਾ ਵਰਤ ਰਿਹਾ ਹੈ। ਉਹਨਾਂ ਨੂੰ ਆਪਾਂ ਸੰਗਤ ਜੀ ਆਪਣੇ ਉਸਤਾਦ ਬਣਾ ਲਿਆ, ਜਿਹੜੇ ਸਾਡੇ ਧੀਆਂ ਭੈਣਾਂ ਨੂੰ ਹੋਰ ਤਰੀਕੇ ਨਾਲ ਸੰਗਤ ਜੀ ਗਿਣ ਮਿਣ ਕੇ ਦੱਸਦੇ ਨੇ। ਇਹ ਸਾਡੀ ਹਾਲਤ ਐਸੀ ਬਣ ਗਈ ਨਾ, ਖਰੇ ਖਰੇ ਨੋਟ ਉੱਤੋਂ ਦੀ ਸੁੱਟੇ ਆਪਾਂ ਉਹਨਾਂ ਦੀ ਆਪਾਂ ਵਡਿਆਈ ਕੀਤੀ। ਇੱਥੇ ਮਹਾਰਾਜ ਕੀ ਆਖਦੇ? ਪਰਮੇਸ਼ਰ ਤੇ ਭੁੱਲੇ ਆ। ਪਰਮੇਸ਼ਰ ਦੇ ਨਾਲੋਂ ਭੁੱਲੇ ਹੋਏ ਆਪਾਂ ਲੋਕ, ਜਿਹੜੇ ਸਾਨੂੰ ਸੰਗਤ ਜੀ ਗਲਤ ਰਸਤੇ 'ਤੇ ਲਾ ਰਹੇ, ਉਹਨਾਂ ਦੇ ਆਪਾਂ ਪਿੱਛੇ ਦੌੜਦੇ ਹਾਂ। ਅੱਗੇ ਬਚਨ ਕਰਦੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੇ ਜਦੋਂ ਰਾਮ ਪਰਮੇਸ਼ਰ ਤੋਂ ਆਪਾਂ ਬੇਮੁਖ ਹੋ ਗਏ, ਹੁਣ ਬੇਮੁਖ ਹੋਣਾ ਕੀ ਹੈ ਇਹ ਵੀ ਥੋੜ੍ਹਾ ਜਿਹਾ ਆਪਾਂ ਵਿਚਾਰੀਏ। ਸ਼ਬਦ 'ਤੇ ਵਰਦਿਤ ਆ ਕਿ ਇਹ ਭਾਈ ਬੇਮੁਖ ਹੈ, ਨਹੀਂ ਗੁਰੂ ਵਾਲਾ। ਹੁਣ ਸਾਡੇ ਵੱਲ ਜਿਹਦਾ ਪਹਿਲਾਂ ਮੁੱਖ ਸੀ ਪਹਿਲਾਂ, ਤੇ ਬਾਅਦ ਦੇ ਵਿੱਚ ਉਹਨੇ ਮੂੰਹ ਘੁਮਾਇਆ, ਤਾਂ ਹੀ ਕਹਾਂਗੇ ਨਾ ਕਿ ਇਹ
ਪਰੇ ਨੂੰ ਮੂੰਹ ਕਰ ਲਿਆ ਇਹਨੇ। ਜਿਹਨੇ ਮੂੰਹ ਹੀ ਨਹੀਂ ਪਹਿਲਾਂ ਇੱਧਰ ਕੀਤਾ, ਉਹਨੂੰ ਕਵਾਂਗੇ ਕਿੱਦਾਂ ਕਿ ਤੂੰ ਮੂੰਹ ਘੁਮਾ ਲਿਆ ਪਰੇ ਨੂੰ। ਇਹਦਾ ਮਤਲਬ ਕਿ ਜਿਹੜੇ ਗੁਰੂ ਵਾਲੇ ਬਣ ਕੇ ਸੰਗਤ ਜੀ ਗੁਰੂ ਦੀ ਗੱਲ ਨਹੀਂ ਮੰਨਦੇ, ਉਹ ਬੇਮੁਖ ਨੇ, ਗੁਰੂ ਦੇ ਦੱਸੇ ਸਿਧਾਂਤ 'ਤੇ ਨਹੀਂ ਚੱਲਦੇ, ਗੁਰੂ ਦੇ ਬਚਨਾਂ 'ਤੇ ਪਹਿਰਾ ਨਹੀਂ ਦਿੰਦੇ। ਅਤੇ ਮਹਾਰਾਜ ਕਹਿੰਦੇ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਕਲਗੀਧਰ ਮਹਾਰਾਜ ਜੀ ਨੇ ਸੰਗਤ ਜੀ ਜਦੋਂ ਅੰਮ੍ਰਿਤ ਦੀ ਪੌਲ, ਖੰਡੇ ਬਾਟੇ ਦੀ ਪੌਲ ਪੰਜਾਂ ਪਿਆਰਿਆਂ ਨੂੰ ਦਿੱਤੀ ਸੀ, ਨਾ ਬਚਨ ਕਹੇ ਸੀ, ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦੀ ਤਾਕਤ ਦੱਸੋ। ਤੁਸੀਂ ਆਖਦੇ ਹੋ ਕਿ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਕੀ ਤਾਕਤ ਹੈ ਇਹਦੇ ਅੰਦਰ? ਮਹਾਰਾਜ ਜੀ ਨੇ ਬਚਨ ਕਹੇ ਸਿੰਘੋ ਅਸੀਂ ਤੇ ਤੁਹਾਨੂੰ ਇਹ ਦੱਸਦੇ ਹਾਂ ਕਿ ਜਿਹਦੀਆਂ ਰਗਾਂ ਦੇ ਵਿੱਚੋਂ ਇਹ ਖੰਡੇ ਬਾਟੇ ਦੀ ਪੌਲ ਇੱਕ ਵਾਰ ਚਲੇ ਗਈ, ਸਾਡੇ ਬਚਨ ਇਹ ਪੱਲੇ ਬੰਨਿਓ ਕਿ 10,000 ਸਾਲ ਉਹਨੂੰ ਨਰਕਾਂ ਦੇ ਵਿੱਚ ਨਹੀਂ ਪੈਣ ਦੇਵਾਂਗੇ। ਇਹ ਬਚਨ ਕਹੇ ਸਤਿਗੁਰਾਂ ਜੀ ਨੇ। ਅਤੇ ਭਾਈ ਦਇਆ ਸਿੰਘ ਜੀ ਲਾਗੇ ਬੈਠੇ ਕਹਿੰਦੇ ਅੱਛਾ ਮਹਾਰਾਜ ਬਾਅਦ ਦੇ ਵਿੱਚ? ਮਹਾਰਾਜ ਕਹਿੰਦੇ ਪਹਿਲਾਂ ਸਾਰੀ ਗੱਲ ਸੁਣੋ, ਜੇ 10,000 ਸਾਲ ਦੇ ਵਿੱਚ ਇਹ ਸੁਧਰਿਆ ਨਾ ਵਾਰ-ਵਾਰ ਜਨਮ ਲੈ ਕੇ, 10,000 ਸਾਲ ਬਾਅਦ ਤੇ ਇਹਨੂੰ ਮੌਕਾ ਦੇਵਾਂਗੇ, ਜੇ ਨਾ ਸੁਧਰਿਆ ਤੇ ਪ੍ਰੇਤ ਜੂਨਾਂ ਵਿੱਚ ਪਾਇਆ ਜਾਵੇਗਾ ਸਿੱਖ। ਹੁਣ ਭੁੱਲੇ ਹੋਇਆਂ ਦੀ ਗੱਲ ਹੈ ਨਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨਹੀਂ ਉਹਨਾਂ ਦੀ ਗੱਲ ਨਹੀਂ ਕੀਤੀ। ਜਿਹੜੇ ਅੰਮ੍ਰਿਤ ਛਕ ਕੇ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲੈ ਲਈ, ਗੁਰੂ ਵਾਲੇ ਬਣ ਗਏ, ਬਾਅਦ ਦੇ ਵਿੱਚ ਗੁਰੂ ਦੇ ਬਚਨ ਨਾ ਮੰਨੇ, ਉਹਨਾਂ ਦੇ ਮਾਰੇ ਮਹਾਰਾਜ ਆਖਦੇ ਨੇ ਕਿ ਉਹਨਾਂ ਨੂੰ ਫਿਰ ਪ੍ਰੇਤ ਜੂਨੀ ਦੇਵਾਂਗੇ ਅਸੀਂ। ਜਿਹੜੀ ਸੰਗਤ ਜੀ ਕਿਸੇ ਵੇਲੇ ਯੁੱਗ ਪਲਟ ਜਾਂਦਾ, ਖਤਮ ਨਹੀਂ ਹੁੰਦੀ। ਸਤਯੁਗ ਦੇ ਅੰਦਰ ਇੱਕ ਰਾਜਾ ਕਵਲ ਨੈਣ ਹੋਇਆ, ਜਿਹਦਾ ਪਹਿਲਾ ਨਾਮ ਸੰਗਤ ਜੀ ਹੈ। ਕਲਯੁਗ ਦੇ ਅੰਦਰ ਉਹਦਾ ਕਵਲ ਨੈਣ ਨਾਮ ਸੀ, ਪਹਿਲਾਂ ਸਫਾ ਜੰਗ ਨਾਂ ਸੀ, ਰਾਜੇ ਜਨਕ ਦਾ ਸੇਵਕ। ਅਤੇ ਕਿੰਨਾ ਯੁੱਗ ਸੰਗਤ ਜੀ ਉਹਨੇ ਫਿਰ ਇੱਦਾਂ ਭੋਗਦੇ ਹੋਏ ਨੇ ਇੱਥੇ ਪਹੁੰਚਿਆ। ਕੌਡਾ ਰਾਖਸ਼ ਪਤਾ ਨਹੀਂ ਕਦੋਂ ਦਾ ਸੰਗਤ ਜੀ ਸੰਸਾਰ ਨੂੰ ਖਾ ਰਿਹਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕਰਨੇ ਕਰਕੇ ਉਹਦੀ ਕਲਿਆਣ ਹੋ ਗਈ। ਅਤੇ ਬਿਰਤੀ ਸਾਡੀ ਵੀ ਕੁਝ ਰਾਖਸ਼ਾਂ ਵਾਲੀ ਹੈ। ਅਸੀਂ ਜਿੰਨਾ ਚਿਰ ਗੁਰੂ ਨੂੰ ਆਪਾਂ ਸਮਰਪਣ ਨਹੀਂ ਕਰਦੇ, ਉਹਨਾਂ ਚਿਰ ਕਲਿਆਣ ਨਹੀਂ ਹੋਣੀ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਨਮਾਂ ਜਨਮਾਂਤਰਾਂ ਦੇ ਸੰਗਤ ਦੀ ਝੋਰੇ ਜਿਹੜੇ ਨੇ ਉਹ ਸਾਨੂੰ ਆਣ ਕੇ ਫਿਰ ਚੰਬੜ ਜਾਂਦੇ ਨੇ। ਕਈ ਤਰ੍ਹਾਂ ਕਰਕੇ ਵਿਛੋੜੇ ਜਿਹੜੇ ਸਾਨੂੰ ਪ੍ਰਾਪਤ ਹੋ ਜਾਂਦੇ, ਗੁਰੂ ਤੋਂ ਵੇਮੁਖ ਹੋਣੇ ਕਰਕੇ ਜਨਮਾਂ ਜਨਮਾਂਤਰਾਂ ਦਾ ਸੰਗਤ ਜੀ ਫਿਰ ਵਿਛੋੜਾ ਗੁਰੂ ਦੇ ਨਾਲੋਂ ਪੈ ਜਾਂਦਾ ਹੈ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿੱਖੋ ਹੋਰ ਸਾਡੀ ਗੱਲ ਸੁਣੋ ਇੱਕ ਵਾਰ। ਜਿਹੜੇ ਤੁਸੀਂ ਕਰਮ ਕਰਦੇ ਹੋ ਨਾ ਕਿ ਬੜਾ ਇਹਦੇ ਵਿੱਚ ਆਨੰਦ ਆ ਰਿਹਾ। ਚੋਰੀ ਕੀਤੀ ਚੋਰ ਨੇ ਕਿ ਚਲੋ ਖਾਵਾਂ ਪੀਵਾਂਗੇ ਰੱਜ ਕੇ, ਨਸ਼ੇ ਆਦਿਕ ਦੀ ਵਰਤੋਂ ਕਰਾਂਗੇ, ਕਈ ਕੁਝ ਕਰਦੇ ਨੇ, ਹੈ ਤੇ ਮਾੜਾ ਕਰਮ ਹੈ, ਪਰ ਉਹਨਾਂ ਨੂੰ ਉਹਦੇ ਵਿੱਚ ਵੀ ਆਨੰਦ ਆਉਂਦਾ ਹੈ। ਚੋਰੀ ਛਿਪੇ ਚੀਜ਼ ਖਾ ਲਈ ਆਨੰਦ ਆਇਆ, ਚੋਰੀ ਛਿਪੇ ਵਿਸ਼ੇ ਭੋਗ ਲਏ, ਕਾਮ ਵਾਸ਼ ਨਾ ਭੋਗੀ ਆਨੰਦ ਆਇਆ, ਪਰ ਭੋਗੰ ਤਾਂ ਰੋਗੰ। ਸੈਸਕ੍ਰਿਤੀ ਬਾਣੀ ਅੰਦਰ ਸ਼ਬਦ ਆਉਂਦੇ ਕਿ ਜਦੋਂ ਭੋਗ ਬਿਲਾਸ ਜੀਵ ਕਰਦਾ ਅਤੇ ਉਦੋਂ ਰੋਗ ਸੰਗਤ ਜੀ ਉਹਦੇ ਵਿੱਚੋਂ ਪੈਦਾ ਹੋ ਜਾਂਦਾ ਹੈ। ਇੱਥੇ ਮਹਾਰਾਜ ਆਖਦੇ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜੇ ਕਰਮ ਇੱਥੇ ਬੜੇ ਰਸ ਦੇ ਸਹਿਤ ਹੋ ਕੇ ਕੀਤੇ ਨੇ ਬਾਹਰੀ, ਅਤੇ ਜਦੋਂ ਪਰਲੋਕ ਦੇ ਵਿੱਚ ਜਾ ਕੇ ਉਹਦਾ ਹਿਸਾਬ ਕਿਤਾਬ ਹੋਇਆ, ਨਰਕ ਵਿੱਚ ਸੁੱਟੇ ਗਏ ਉਹਨਾਂ ਕਰਮਾਂ ਕਰਕੇ, ਅਤੇ ਫਿਰ ਕੀ ਹੋਣਾ ਹੈ? ਉਹ ਜਿਹੜੇ ਇੱਥੇ ਮਿੱਠੇ ਸਾਨੂੰ ਚੰਗੇ ਲੱਗਦੇ ਸੀ ਕਰਮ, ਉੱਥੇ ਸਾਨੂੰ ਕੌੜੇ ਭਾਸਣੇ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਖਿਨ, ਅੱਖ ਝਮਕਣ ਦੇ ਸਮੇਂ ਵਿੱਚ ਸਾਨੂੰ ਉਹ ਕੌੜੇ ਭਾਸਣਗੇ। ਕਿਉਂ ਕੀਤੇ? ਉੱਥੇ ਨਾ ਕਰਦੇ ਤੇ ਚੰਗੇ ਰਹਿਣਾ ਸੀ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ਼। ਅਤੇ ਮਹਾਰਾਜ ਆਖਦੇ ਇੱਕ ਗੱਲ ਹੋਰ ਪੱਲੇ ਬੰਨ੍ਹ ਲਓ, ਉੱਥੇ ਕਿਸੇ ਨੇ ਸਹਾਇਕ ਨਹੀਂ ਹੋਣਾ, ਤੁਹਾਡਾ ਵਿਚੋਲਾ ਨਹੀਂ ਬਣਨਾ। ਜੋ ਕੁਝ ਤੁਸੀਂ ਕੀਤਾ ਉਹ ਤੁਹਾਨੂੰ ਹੀ ਉਹਦਾ ਹਰਜਾਨਾ ਭਰਨਾ ਪਵੇਗਾ। ਕਿਹਦੇ ਕੋਲ ਜਾ ਕੇ ਰੋਜ਼ ਰੋਵੋਗੇ? ਉੱਥੇ ਕਿਸੇ ਨੇ ਸਹਾਇਕ ਨਹੀਂ ਬਣਨਾ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਫਿਰ ਬਚਨ ਆਖਦੇ ਨੇ ਕਿ ਜੀਵ ਆਮ ਬੰਦਾ ਕੀ ਕਰੇ, ਕਿਉਂਕਿ ਉਹਦੇ ਕੁਝ ਪੁਰਾਣੇ ਕਰਮਾਂ ਦੇ ਕਰਕੇ ਜੋ ਇਹ ਪਰਾਲਬਧ ਲਿਖੀ ਗਈ ਉਹਦੇ ਅਨੁਸਾਰ ਹੀ ਜੀਵ ਚੰਗੇ ਮਾੜੇ ਕਰਮਾਂ ਵਿੱਚ ਦੌੜਦਾ ਹੈ, ਅਤੇ ਬਾਕੀ ਅੱਗੇ ਉਦਮ ਨਹੀਂ ਕਰਦਾ।
ਕਿ ਮੈਂ ਜਿਹੜੇ ਕਿਰੇਮਾਨ ਕਰਮ ਸਾਨੂੰ ਦਿੱਤੇ ਪਰਮੇਸ਼ਰ ਨੇ ਕਰਨ ਬਾਬਤ, ਉਹਨਾਂ ਨੂੰ ਮੈਂ ਸਵਾਰ ਲਵਾਂ। ਇਸ ਕਰਕੇ ਜਿਹੜੀ ਪੁਰਾਣੀ ਪਰਾਲਬਧ ਸੀ ਉਹਦੇ ਕਾਰਨ ਹੀ ਕੁਝ ਐਸਾ ਕੁਝ ਸੰਗਤ ਜੀ ਹਿਸਾਬ ਕਿਤਾਬ ਬਣਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਜਦੋਂ ਇਹ ਕੁਝ ਬਚਨ ਸੁਣੇ, ਜਿਹੜੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੀ, ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖ ਆਖਣ ਲੱਗੇ, ਮਹਾਰਾਜ ਅੱਛਾ ਇਹ ਕੁਝ ਵਰਤਾਰਾ ਵਾਪਰੇਗਾ, ਸਾਡਾ ਤੇ ਮਨ ਕੁਝ ਸਹਿਮ ਗਿਆ ਹੈ, ਹੁਣ ਦੱਸੋ ਕਿੱਦਾਂ ਫਿਰ ਮਹਾਰਾਜ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਸਾਡਾ ਚਿੱਤ ਕਰਦਾ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਕਰ ਲਈਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਇਹ ਤੇ ਵੱਡਿਆਂ ਭਾਗਾਂ ਦੇ ਨਾਲ ਹੀ ਪਰਮੇਸ਼ਰ ਆਣ ਕੇ ਮਿਲਦਾ ਹੈ। ਤੇ ਵੱਡੇ ਭਾਗ ਬਣਨੇ ਕਿੱਦਾਂ ਨੇ? ਜਦੋਂ ਗੁਰੂ ਨੂੰ ਆਪਾਂ ਸਮਰਪਣ ਕਰਾਂਗੇ। ਕਹੀਏ ਕਿ ਕੋਈ ਭਾਂਡੇ ਵਿੱਚ ਚੀਜ਼ ਸਾਡੇ ਪਾ ਦੇਵੇ ਤੇ ਭਾਂਡਾ ਉਹਦੇ ਅੱਗੇ ਨਾ ਕਰੀਏ, ਤੇ ਫਿਰ ਉਹਨੂੰ ਕੀ ਆਪਾਂ ਸੰਗਤ ਜੀ ਕਹਿਣ ਵਾਲੇ ਆ? ਕਸੂਰ ਤੇ ਸਾਡਾ ਹੀ ਹੈ। ਭਾਂਡਾ ਅੱਗੇ ਨਾ ਕਰੀਏ ਤੇ ਕਹੀ ਜਾਈਏ ਭਾਈ ਭਾਂਡਾ ਭਰ ਦਿਓ ਆ। ਇਸੇ ਤਰ੍ਹਾਂ ਗੁਰੂ ਨੂੰ ਸਮਰਪਣ ਹੋਵਾਂਗੇ ਤੇ ਚੰਗੇ ਭਾਗ ਜਿਹੜੇ ਨੇ ਉਹ ਸਾਡੇ ਲਿਖੇ ਜਾਣਗੇ, ਚੰਗੇ ਭਾਗ ਸਾਡੇ ਬਣਨਗੇ। ਚੰਗੇ ਭਾਗ ਬਣ ਗਏ ਤੇ ਪਰਮੇਸ਼ਰ ਦੀ ਪ੍ਰਾਪਤੀ ਹੈ। ਕਤਕ ਹੋਵੈ ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੈ ਪਰਮੇਸ਼ਰ ਸਾਨੂੰ ਗਰੀਬਾਂ ਅਨਾਥਾਂ ਨੂੰ ਰੱਖ ਲਓ ਆਪਣੀ ਸ਼ਰਨ ਦੇ ਵਿੱਚ। ਮੈਂ ਸੁਣਿਆ ਕਿ ਤੁਸੀਂ ਬੰਧਨਾਂ ਤੋਂ ਮੁਕਤ ਕਰਨ ਵਾਲੇ। ਜਦੋਂ ਸਿੱਖਾਂ ਨੇ ਇੱਦਾਂ ਬੇਨਤੀਆਂ ਕੀਤੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਪਾਸ, ਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਚੇਤੇ ਕਰੋ, ਜਿਨ੍ਹਾਂ ਨੇ ਏਮਨਾਬਾਦ ਦੇ ਵਿੱਚੋਂ ਕਈ ਪਠਾਣਾਂ ਨੂੰ, ਉਹਨਾਂ ਦੀਆਂ ਧੀਆਂ ਨੂੰ, ਘਰਵਾਲੀਆਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਛੁਡਾਇਆ ਸੀ ਬਾਬਰ ਦੇ ਜੇਲ੍ਹ ਖਾਨੇ ਦੇ ਵਿੱਚੋਂ। ਜਦੋਂ ਬਾਬਰ ਨੇ ਸੰਗਤ ਜੀ ਹਮਲਾ ਕੀਤਾ ਸੀ ਨਾ ਏਮਨਾਬਾਦ 'ਤੇ, ਸਾਰੇ ਜਿਹੜੇ ਪਠਾਨ ਆਦਿਕ ਸਨ ਮਾਰ ਮੁਕਾਏ। ਉਦੋਂ ਗੁਰੂ ਨਾਨਕ ਦੇਵ ਮਹਾਰਾਜ ਵੀ ਉੱਥੇ ਪਹੁੰਚੇ ਹੋਏ ਸਨ। ਜਦੋਂ ਮਾਰ ਮੁਕਾਏ ਤੇ ਕੁਝ ਉਹਨਾਂ ਦੀਆਂ ਬੇਟੀਆਂ, ਬਹੂ ਬੇਟੀਆਂ, ਧੀਆਂ, ਫਿਰ ਜਿਹੜੇ ਕੁਝ ਬੱਚੇ ਸਨ ਬਜ਼ੁਰਗ, ਉਹਨਾਂ ਨੂੰ ਕੈਦ ਕਰਕੇ ਤੇ ਬਾਬਰ ਆਪਣੇ ਜੇਲ੍ਹ ਖਾਲੇ ਵਿੱਚ ਸੁੱਟਣਾ ਚਾਹੁੰਦਾ ਸੀ ਕਿ ਇਹਨਾਂ ਨੂੰ ਸਜ਼ਾਵਾਂ ਦੇਵਾਂਗਾ। ਹੁਣ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਵੀ ਬੈਠੇ ਹੋਏ ਸਨ। ਉੱਥੇ ਭਾਈ ਲਾਲੋ ਜਿਹੜਾ ਸੀ, ਉਹਦੀ ਧੀ ਦਾ ਵਿਆਹ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਇਆ, ਕੁਝ ਮਠਿਆਈ ਆਦਿਕ ਲੈ ਕੇ। ਤੇ ਮਹਾਰਾਜ ਜਾਣਦੇ ਸੀ ਐਸਾ ਕੁਝ ਵਰਤਾਰਾ ਇੱਥੇ ਵਾਪਰ ਰਿਹਾ ਹੈ। ਉਹਨੂੰ ਪਹਿਲਾਂ ਕਹਿ ਦਿੱਤਾ ਕਿ ਭਾਈ ਲਾਲੋ ਇੱਥੋਂ 4 ਕੋਹ ਤੇ ਇੱਕ ਤਲਾਅ ਹੈ, ਤੇ ਉੱਥੇ ਜਾ ਕੇ ਤੂੰ ਠਹਿਰ। ਪਤਾ ਸੀ ਕਿ ਪਠਾਨ ਇੱਥੇ ਵੀ ਜਿਹੜੇ ਕੁਝ ਮੁਗਲ ਨੇ ਸਾਨੂੰ ਫੜਨ ਵਾਸਤੇ ਆਉਣਗੇ। ਉੱਧਰੋਂ ਬਾਬਰ ਦੇ ਜਿਹੜੇ ਕੁਝ ਸਿਪਾਹੀ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਗਏ। ਇਹਨਾਂ ਨੂੰ ਵੀ ਆਖਿਆ ਕਿ ਚਲੋ ਸਾਡੇ ਨਾਲ। ਤੇ ਉਹ ਉਸ ਸਮੇਂ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਉਹ ਨਿਮਾਣਿਆਂ ਨਿਤਾਣਿਆਂ ਲੋਕਾਂ ਨੂੰ ਕੈਦਖਾਨੇ ਦੇ ਵਿੱਚੋਂ ਕੱਢਣ ਵਾਸਤੇ ਆਪ ਕੈਦੀ ਬਣ ਗਏ। ਜਦੋਂ ਉਹ ਲੈ ਕੇ ਜਾਣ ਲੱਗੇ ਤੇ ਭਾਈ ਮਰਦਾਨੇ ਨੂੰ ਇੱਕ ਅੜੀਅਲ ਘੋੜਾ ਉਹਨਾਂ ਨੇ ਫੜਾ ਦਿੱਤਾ, ਜਿਹੜਾ ਕਾਬੂ ਨਹੀਂ ਸੀ ਆਉਂਦਾ। ਭਾਈ ਮਰਦਾਨਾ ਬੜਾ ਦੁਖੀ ਲੈ ਕੇ ਤੁਰਿਆ ਜਾਵੇ। ਭਾਈ ਬਾਲੇ ਦੇ ਸਿਰ 'ਤੇ ਸੰਗਤ ਜੀ ਇੱਕ ਪੰਡ ਧਰੀ ਉਹਨਾਂ ਨੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਰ 'ਤੇ ਇੱਕ ਪੰਡ ਜੀ ਰੱਖਣ ਲੱਗੀ, ਉੱਦਾਂ ਭਾਰ ਚੁਕਾ ਦਿਆ ਕਰਦੇ ਸੀ। ਤੇ ਇੱਕ ਕਿੱਠ ਸੰਗਤ ਜੀ ਤਾਂ ਉੱਡਣੀ ਸ਼ੁਰੂ ਹੋ ਗਈ। ਉਦੋਂ ਹੀ ਹੈਰਾਨ ਹੋ ਗਏ ਕੁਝ। ਥੋੜ੍ਹਾ ਜਿਹਾ ਅੱਗੇ ਚੱਲੇ ਤੇ ਭਾਈ ਮਰਦਾਨਾ ਘੋੜੇ ਤੋਂ ਬੜਾ ਦੁਖੀ ਸੀ, ਕਾਬੂ ਨਹੀਂ ਸੀ ਆਉਂਦਾ। ਮਹਾਰਾਜ ਕਹਿੰਦੇ, ਮਰਦਾਨਿਆਂ ਅੱਲਾ ਦੀ ਸਿਫਤ ਵਿੱਚ ਜੁੜੀਏ। ਮਰਦਾਨਾ ਕਹਿੰਦਾ, ਮਹਾਰਾਜ ਕਿਉਂ ਹਾਸੋਹੀਣੀਆਂ ਗੱਲਾਂ ਕਰਦੇ? ਤੁਹਾਨੂੰ ਪਤਾ ਘੋੜਾ ਕਿੰਨਾ ਅੜੀਅਲ ਹੈ। ਜੇ ਇਹਨੂੰ ਛੱਡ ਦਿੱਤਾ, ਸਿਫਤ ਵਿੱਚ ਜੁੜ ਗਏ, ਤੇ ਪਠਾਨ ਜਿਹੜੇ ਨੇ ਇਹ ਆਏ ਹੋਏ ਕੁਝ ਮੁਗਲ, ਇਹ ਕੁੱਟਣਗੇ ਸਾਨੂੰ, ਸਜ਼ਾ ਦੇਣਗੇ ਕਿ ਘੋੜਾ ਛੱਡ ਦਿੱਤਾ। ਤੇ ਮਹਾਰਾਜ ਆਖਦੇ, ਪਰਮੇਸ਼ਰ ਦੀ ਆਵਾਜ਼ ਸੁਣਨ ਦੇ ਨਾਲ, ਉਹਦੀ ਵਡਿਆਈ ਸੁਣਨ ਦੇ ਨਾਲ ਤੇ ਸ੍ਰਿਸ਼ਟੀ ਸੁੰਨ ਹੋ ਜਾਂਦੀ। ਇਹ ਕਿਹੜਾ ਕਿਤੇ ਵੱਡਾ ਕੋਈ ਜਾਨਵਰ ਹੈ। ਉਸ ਸਮੇਂ ਸੰਗਤ ਜੀ ਵਾਹਿਗੁਰੂ ਮੰਤਰ ਉਚਾਰਨ ਕਰਕੇ ਭਾਈ ਮਰਦਾਨੇ ਨੇ ਘੋੜੇ ਨੂੰ ਉਹਦੀਆਂ ਲਗਾਮਾਂ ਜੀਆਂ ਛੱਡ ਦਿੱਤੀਆਂ। ਉਹ ਸ਼ਾਂਤ ਹੋ ਗਿਆ, ਸਿਫਤ ਦੇ ਵਿੱਚ ਜੁੜੇ। ਇੱਕ ਗਿੱਠ ਜਿਹੜੀ ਪੰਡ ਸੀ ਮਹਾਰਾਜ ਜੀ ਦੇ ਸਿਰ ਤੋਂ ਤਾਂ ਤੁਰੀ ਜਾਂਦੀ। ਜਦੋਂ ਉੱਥੇ ਕੈਦਖਾਨੇ ਵਿੱਚ ਪਹੁੰਚੇ, ਮਹਾਰਾਜ ਜਦੋਂ ਕਣਕ ਪਾਉਂਦੇ ਨੇ ਉਹਦੇ ਚੱਕੀ ਦੇ ਵਿੱਚ, ਬਾਕੀ ਸਾਰੇ ਲੋਕ ਚੱਕੀ ਪੀਂਦੇ ਨੇ, ਆਟਾ ਪੀਂਦੇ ਚੱਕੀ ਚਲਾ ਕੇ। ਤੇ ਜਦੋਂ ਮਹਾਰਾਜ ਕਣਕ ਪਾਉਂਦੇ ਤੇ ਚੱਕੀ ਸੰਗਤ ਜੀ ਆਪੇ ਘੁੰਮਣੀ ਸ਼ੁਰੂ ਹੋ ਗਈ।
ਸਾਰੇ ਲੋਕ ਇਕੱਤਰ ਹੋਏ ਅਤੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਣ ਕੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਚੇਤੇ ਕਰੋ। ਸਾਰੀਆਂ ਚੱਕੀਆਂ ਸੰਗਤ ਜੀ ਆਪੇ ਚੱਲ ਪਈਆਂ। ਬਾਬਰ ਤੱਕ ਖਬਰ ਪਹੁੰਚੀ, ਉਹ ਡਰ ਗਿਆ, ਕੁਝ ਸਹਿਮਝ ਗਿਆ ਕਿ ਕੁਝ ਇਹ ਅਵਤਾਰੀ ਪੁਰਖ ਹੈ, ਕੁਝ ਬੰਦਗੀ ਵਾਲਾ ਸਾਧੂ ਮਹਾਤਮਾ ਨੇ। ਫਿਰ ਮਹਾਰਾਜ ਜੀ ਦੇ ਅੱਗੇ ਤਰਲਾ ਕੀਤਾ ਅਤੇ ਮਹਾਰਾਜ ਕਹਿੰਦੇ ਸਾਰੇ ਪਹਿਲਾਂ ਤੈਨੂੰ ਕੱਢਣੇ ਪੈਣਗੇ ਕੈਦ ਦੇ ਵਿੱਚੋਂ ਜੇ ਸਾਨੂੰ ਭੇਜਣਾ ਚਾਹੁੰਦਾ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਮਹਾਰਾਜ ਤੁਸੀਂ ਬੰਧਨਾਂ ਤੋਂ ਮੁਕਤ ਕਰਨ ਵਾਲੇ ਹੋ। ਏਮਨਾਬਾਦ ਦੇ ਇਲਾਕੇ ਵਿੱਚ ਤੁਸੀਂ ਜਾ ਕੇ ਉਹ ਕੁਝ ਇਸਤਰੀਆਂ ਨੂੰ, ਕੁਝ ਬਜ਼ੁਰਗਾਂ ਨੂੰ, ਬੱਚਿਆਂ ਨੂੰ ਕੈਦ ਦੇ ਵਿੱਚੋਂ, ਬੰਧਨ ਦੇ ਵਿੱਚੋਂ ਮੁਕਤ ਕੀਤਾ ਸੀ। ਸਾਨੂੰ ਵੀ ਮਹਾਰਾਜ ਜੀ ਜੰਮਣ ਮਰਨ, ਮਾਤਾ ਦੇ ਉਦਰ ਦੇ ਵਿੱਚ ਜਿਹੜਾ ਸੰਗਤ ਜੀ ਇਹ ਕੈਦ ਹੋਣਾ ਹੈ ਨਾ, ਜਨਮ ਲੈਣਾ, ਇਹ ਵੀ ਇੱਕ ਬੰਧਨ ਹੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਅਰਾਧੋ, ਇਹ ਬੇਨਤੀਆਂ ਕਰੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਪਾਸ ਕਿ ਮਹਾਰਾਜ ਇਹ ਬੰਧਨ ਤੋਂ ਮੁਕਤ ਹੋ ਜਾਈਏ। ਜੰਮਣ ਮਰਨ ਦਾ ਜਿਹੜਾ ਬੰਧਨ ਪਿਆ ਹੈ, ਤੁਸੀਂ ਪ੍ਰਤੱਖ ਵੀ ਬੰਧਨਾਂ ਨੂੰ ਖਤਮ ਕਰਨ ਵਾਲੇ ਹੋ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਮਹਾਰਾਜ ਕਹਿੰਦੇ ਜਦੋਂ ਇਹ ਕੱਤਕ ਦੇ ਮਹੀਨੇ ਵਿੱਚ ਤੁਸੀਂ ਹਰ ਰੋਜ਼ ਸੰਗਤ ਕਰੋਗੇ, ਗੁਰੂ ਕੀ ਸੰਗਤ ਮਾਣੋਗੇ ਅਤੇ ਉਹਦੇ ਵਿੱਚੋਂ ਸ੍ਰੇਸ਼ਟ ਗੱਲਾਂ ਸੁਣੋਗੇ ਨਾ, ਅਤੇ ਬਿਨ ਸਹਿ ਸਭੇ ਸੋਚ, ਤੁਹਾਡੀਆਂ ਸਾਰੀਆਂ ਜਿਹੜੀਆਂ ਫਿਕਰਾਂ ਨੇ ਕਿ ਕਿੱਦਾਂ ਮੁਕਤ ਹੋਵਾਂਗੇ ਸੰਸਾਰ ਤੋਂ, ਅਸੀਂ ਵੀ ਐਸੇ ਮਾੜੇ ਕਰਮ ਕਰਦੇ ਹਾਂ, ਇਹ ਤੁਹਾਡੀਆਂ ਖਤਮ ਹੋ ਜਾਣਗੀਆਂ। ਬਿਨ ਸਹਿ ਖਤਮ ਹੋ ਜਾਣਗੀਆਂ ਸੋਚਾਂ ਤੁਹਾਡੀਆਂ ਜਦੋਂ ਇਹ ਕੱਤੇ ਦੇ ਮਹੀਨੇ ਦੇ ਵਿੱਚ ਆਣ ਕੇ ਹਰ ਰੋਜ਼ ਆਪ ਜੀ ਨੇ ਸੰਗਤ ਕੀਤੀ। ਇਹ ਕੱਤਕ ਦੇ ਮਹੀਨੇ ਦੇ ਬਾਰੇ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਪਾਵਨ ਬੋਲ ਆਪਾਂ ਸਰਵਣ ਕੀਤੇ ਨੇ। ਸਤਿਗੁਰੂ ਜੀ ਕਿਰਪਾ ਕਰਨ ਜੋ ਇਹ ਸਿੱਖਿਆ ਸਾਨੂੰ ਇਹਨਾਂ ਪਾਵਨ ਸ਼ਬਦਾਂ ਦੇ ਅੰਦਰ ਗੁੰਥਨ ਕਰਕੇ ਸੁਣਾਈ ਹੈ, ਅਸੀਂ ਕਲਯੁਗੀ ਜੀਵ ਉਹਨੂੰ ਮੰਨ ਕੇ ਅਤੇ ਜੀਵਨ ਅੰਦਰ ਧਾਰ ਸਕੀਏ। ਮਾੜੇ ਕਰਮਾਂ ਵੱਲ ਨਾ ਦੌੜੀਏ। ਜਿਹੜੇ ਮਾੜੇ ਕਰਮਾਂ ਕਰਕੇ ਸੰਗਤ ਜੀ ਫਿਰ ਔਖਾ ਹੋ ਜਾਂਦਾ ਜੀਵਨ ਬਤੀਤ ਕਰਨਾ। ਵਾਰ-ਵਾਰ ਮਹਾਰਾਜ ਜੀ ਨੇ ਆਖਿਆ, ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਇਹ ਪਰਮੇਸ਼ਰ ਤੋਂ ਭੁੱਲਣ ਕਰਕੇ ਸੰਗਤ ਜੀ ਇਹ ਸਾਨੂੰ ਆਦਿ ਵਿਆਧੀ ਉਪਾਧੀ ਤਿੰਨ ਤਰ੍ਹਾਂ ਦੇ ਰੋਗ ਜਿਹੜੇ ਸਾਰਿਆਂ ਨੂੰ ਚਿੰਬੜੇ, ਇੱਕ ਨੂੰ ਨਹੀਂ, ਸਾਰਿਆਂ ਨੂੰ ਚਿੰਬੜੇ ਹੋਏ ਨੇ। ਸਾਰਿਆਂ ਦੀ ਕੁਝ ਐਸੀ ਦੁਰਦਸ਼ਾ ਹੋ ਗਈ